ਰਾਜਨੀਤੀ ਵਿੱਚ ਕਿਵੇਂ ਆਏ ਤੁਸੀਂ? ਆਜ਼ਾਦ ਇਲੈਕਸ਼ਨ ਲੜ ਕੇ ਤੁਸੀਂ ਜਿੱਤ ਹਾਸਲ ਕੀਤੀ, ਕਿਆ ਤੁਹਾਨੂੰ ਉਦੋਂ ਉਮੀਦ ਸੀਗੀ? ਨਾ ਤੁਸੀਂ ਬੀਜੇਪੀ ਵੱਲ ਨਾ ਕਾਂਗਰਸ ਵੱਲ, ਆਜ਼ਾਦ ਲੜ ਕੇ ਤੁਸੀਂ ਵਿਕਾਸ ਕਰਵਾ ਸਕਦੇ ਸੀ? ਮੈਨੂੰ ਇੱਕੋ ਚਿੰਤਾ ਸੀਗੀ ਵੀ ਮੈਂ ਆਪਣੇ ਪਿੰਡ ਦਾ ਆਪਣੇ ਵਾਰਡ ਦਾ ਵਿਕਾਸ ਕਰਾਉਣਾ, ਔਰ ਉਹ ਹੋਇਆ। ਆਰਐਮਐਸਸੀ ਕਾਲਜ ਬੰਦ ਹੋਣ ਦੇ ਕਗਾਰ ਪਰ ਸੀਗਾ, ਬਿਲਕੁਲ ਬੀਜੇਪੀ ਦੀ ਸਰਕਾਰ ਸੀਗੀ ਉਦੋਂ। 90% ਕਾਲਜ ਜਿਹੜਾ ਬੰਦ ਹੋਣ ਦੇ ਕਗਾਰ ਪਰ ਸੀਗਾ। ਤੁਸੀਂ ਕਾਂਗਰਸ ਵੱਲ ਤੇ ਇਲੈਕਸ਼ਨ ਲੜਿਆ, ਉਸ ਸਮੇਂ ਤੁਸੀਂ ਓਪੋਜੀਸ਼ਨ 'ਚ ਸੀਗੇ, ਉਸ ਟਾਈਮ ਤੁਹਾਡੇ ਕੰਮ ਹੋਏ ਕੀ? ਆਜ਼ਾਦ ਸੀਗੇ ਉਦੋਂ ਕੰਮ ਹੋਏ, ਓਪੋਜੀਸ਼ਨ ਚਲੇ ਗਏ ਕੰਮ ਨਹੀਂ ਹੋਏ। ਪਿਛਲੇ ਸੈਕਿੰਡ ਟਰਮ ਦੇ ਜੋ 5 ਸਾਲ ਕੰਮ ਹੀ ਨਹੀਂ ਕੀਤੇ, ਫਿਰ ਲੋਕਾਂ ਨੇ ਤੁਹਾਨੂੰ ਫਿਰ ਤੋਂ ਜਿਤਾ ਦਿੱਤਾ, ਅਜਿਹਾ ਕਿਉਂ ਹੋਇਆ ਜੀ? ਫਿਰ ਇਹ ਸਾਰੇ ਐਮਸੀਏ ਕਰਦੇ ਆ, ਇਸ ਤੋਂ ਇਲਾਵਾ ਅਲੱਗ ਕੀ ਸੀਗਾ ਜਿਹੜਾ ਤੁਸੀਂ ਆਪਣੇ ਵਾਰਡ ਵਾਸਤੇ ਕੀਤਾ? 2.5 ਸਾਲ ਤਾਂ ਸਾਡੇ ਓਪੋਜੀਸ਼ਨ ਵਿੱਚ ਨਿਕਲ ਗਏ ਜੀ। 2.5 ਸਾਲ ਮਿਲੇ, 2.5 ਸਾਲ। नहीं, नया नंबर तो क्या है, सिर्फ झाड़ियाँ हैं। ਪੋਜੀਸ਼ਨ ਉਸ ਟਾਈਮ ਤੁਹਾਡੇ ਨਾਲ ਪਾਰਸ਼ੈਲਿਟੀ ਹੁੰਦੀ ਸੀ, ਪਰ ਇਸ ਸਮੇਂ ਜਿਹੜੇ ਤੁਹਾਡੇ ਓਪੋਜੀਸ਼ਨ 'ਚ ਹੈ, ਸੇਮ ਐਲੀਗੇਸ਼ਨ ਉਹ ਲਗਾ ਰਹੇ ਨੇ ਕਿ ਉਹਨਾਂ ਨਾਲ ਪਾਰਸ਼ੈਲਿਟੀ ਹੁੰਦੀ ਹੈ। ਅਜਿਹਾ ਕਿਉਂ ਕੀਤਾ ਜਾਂਦਾ ਸੀ? ਉਹ ਐਲੀਗੇਸ਼ਨ ਓਪੋਜੀਸ਼ਨ ਦੇ ਬਣਦੇ ਵੀ ਹੈ, ਤਾਂ ਉਹਨਾਂ ਦਾ ਕਹਿਣਾ ਕਿ ਕਰਪਸ਼ਨ ਬਹੁਤ ਹੋਈ ਹੈ ਇਸ ਵਾਰ ਕੌਂਸਲ ਦੇ ਵਿੱਚ। ਮੰਨਿਆ ਕਰਪਸ਼ਨ ਹੋ ਰਹੀ, ਉਹ ਤੇ 5 ਸਾਲ ਪਹਿਲੇ ਨਹੀਂ ਕਰਪਸ਼ਨ ਸੀਗੀ ਜਦੋਂ ਤੁਸੀਂ ਕਿਉਂ ਨਹੀਂ ਉਠਾਇਆ? ਤੁਸੀਂ ਮੁੱਦਾ ਅਸੀਂ ਕਿੰਨੀ ਵਾਰੀ ਡਾਇਰੈਕਟਰ ਸਾਹਿਬ ਨੂੰ ਲਿਖ ਕੇ ਦਿੱਤਾ। ਅੱਜ ਸਵੀਮਿੰਗ ਪੂਲ ਕਿਉਂ ਨਹੀਂ ਚੱਲ ਰਿਹਾ? ਫਿਰ ਜੇ ਤੁਸੀਂ ਆਪਾਂ ਕਰੋੜ ਰੁਪਏ ਕਮੇਟੀ ਦਾ ਲੱਗਿਆ ਹੋਇਆ, ਸਵੀਮਿੰਗ ਪੂਲ ਕਿਉਂ ਨਹੀਂ ਚੱਲ ਰਿਹਾ? ਸਵੀਮਿੰਗ ਪੂਲ ਨਹੀਂ ਚੱਲ ਰਿਹਾ, ਤੁਸੀਂ ਵੀ ਸੱਤਾ ਸੀ, ਤੁਸੀਂ ਕਿਉਂ ਨਹੀਂ ਐਕਸ਼ਨ ਲਿਆ? ਠੇਕੇਦਾਰ ਗਲਤ ਕੰਮ ਕਰਕੇ ਚਲੇ ਜਾਂਦਾ ਤਾਂ ਕੌਂਸਲ ਉਸ ਨੂੰ ਪੇ ਆਊਟ ਕਿਉਂ ਕਰ ਰਿਹਾ? ਕਿਉਂ ਨਹੀਂ ਉਹਨੂੰ ਰਿਕਵਰੀ ਪਾ ਰਿਹਾ ਜੀ? ਤੁਸੀਂ ਕਿਉਂ ਨਹੀਂ ਮੁੱਦਾ ਆਵਾਜ਼ ਉਠਾਇਆ? ਤੁਸੀਂ 2009 ਦੀ ਰੀਤ ਦੇ ਮੁਤਾਬਕ ਹੀ ਪੇਪਰਾਂ ਤੇ ਪੇਪਰ ਲਗਾ ਰਹੇ ਹੋ? ਨਹੀਂ, ਨया ਨੰਗਲ ਚ ਸਾਨੂੰ ਐਨਐਫਐਲ ਨੇ ਕੋਈ ਪੇਪਰ ਲਗਾਉਣ ਦੀ ਪਰਮਿਸ਼ਨ ਨਹੀਂ ਦਿੱਤੀ। ਜਦੋਂ ਓਪੋਜੀਸ਼ਨ 'ਚ ਸੀਗੇ ਉਦੋਂ ਪਾਏ ਹੋਣੇ ਨਾ ਤੁਸੀਂ, ਜਦੋਂ ਮੈਜੋਰਟੀ 'ਚ ਸੀਗੇ ਉਦੋਂ ਕਿਉਂ ਨਹੀਂ ਐਕਸ਼ਨ? ਸਰ, ਜਿਸ ਵੇਲੇ ਐਕਸ਼ਨ ਲਿਆ, ਜਿਸ ਵੇਲੇ ਕੋਈ ਵੀ ਬੰਦਾ ਹੈਗਾ, ਐਕਸ਼ਨ ਤਾਂ ਤਦੋਂ ਹੀ ਲੱਗੋ, ਤਦੋਂ ਹੀ ਸਿੱਧੂ ਸਾਹਿਬ ਆਏ ਦੇਖਣ ਜੀ। ਗਲਤ ਕੰਮ ਕੀਤਾ ਜਿਸ ਠੇਕੇਦਾਰ ਨੇ ਨਾ ਜਦ ਕਿਸੇ ਨੇ ਵੀ, ਅਸੀਂ ਕਹਿੰਦੇ ਉਹਨਾਂ ਨੂੰ ਕੜੀ ਤੇ ਕੜੀ ਸਜ਼ਾ ਮਿਲਣੀ ਚਾਹੀਦੀ ਜੀ, ਜਿਹੜਾ ਪਬਲਿਕ ਦਾ ਪੈਸਾ ਬਰਬਾਦ। ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਰਕੇਸ਼ ਸਿੰਘ ਰਾਣਾ। ਸਾਡਾ ਖਾਸ ਪ੍ਰੋਗਰਾਮ ਸਾਡੇ ਐਮਸੀ ਸਾਹਿਬ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਏ ਹਾਂ, ਤੇ ਜਿਵੇਂ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੇ ਐਮਸੀ ਸਾਹਿਬ ਨੂੰ ਤੁਹਾਡੇ ਰੂਬਰੂ ਕਰਾਈਏ ਤੇ ਅਸੀਂ ਉਹਨਾਂ ਤੋਂ ਕੁਐਸਚਨ ਪੁੱਛੀਏ ਕਿ ਉਹਨਾਂ ਨੇ ਆਪਣੇ 5 ਸਾਲਾਂ ਦੇ ਵਿੱਚ ਕੀ ਕੰਮ ਕੀਤੇ, ਕਿਉਂਕਿ ਇਹ ਇਲੈਕਸ਼ਨ ਆਉਣ ਵਾਲਾ ਹੈ। ਆਉਣ ਵਾਲੇ ਇਲੈਕਸ਼ਨ ਦੇ ਵਿੱਚ ਅਗਰ ਉਹ ਐਮਸੀ ਦੁਆਰਾ ਫਿਰ ਦਾਅਵਾ ਕਰਦਾ ਹੈ ਤਾਂ ਕੀ ਉਹਨਾਂ ਨੇ ਤੁਹਾਡੇ ਲਈ ਕੰਮ ਕੀਤਾ, ਤੁਹਾਡੇ ਲਈ ਆਵਾਜ਼ ਉਠਾਈ। ਲਗਾਤਾਰ ਅਸੀਂ ਲੈ ਕੇ ਪ੍ਰੋਗਰਾਮ ਹਾਜ਼ਰ ਹੋ ਰਹੇ ਹਾਂ ਤੇ ਇਸ ਵੇਲੇ ਅਸੀਂ ਪਹੁੰਚੇ ਹਾਂ ਵਾਰਡ ਨੰਬਰ 16 ਵਿਖੇ। ਵਾਰਡ ਨੰਬਰ 16 ਦੀ ਗੱਲ ਕਰੀਏ ਤਾਂ ਸਾਡੇ ਨਾਲ ਮੌਜੂਦ ਨੇ ਮੈਡਮ ਅਨੀਤਾ ਸ਼ਰਮਾ ਜੀ। ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਟੀਵੀ ਤੇ ਸਵਾਗਤ ਹੈ ਜੀ। ਨਮਸਕਾਰ ਮੈਡਮ, ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਇਲੈਕਸ਼ਨ ਜਿਹੜਾ ਸੀਗਾ ਤੁਸੀਂ ਆਜ਼ਾਦ ਲੜਿਆ, ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਚਲੇ ਗਏ ਤੇ ਲਗਭਗ 20 ਸਾਲ ਤੋਂ ਤੁਸੀਂ ਕੌਂਸਲ ਦੇ ਵਿੱਚ ਹੋ। ਪਹਿਲਾ ਕੁਐਸਚਨ, ਰਾਜਨੀਤੀ ਵਿੱਚ ਕਿਵੇਂ ਆਏ ਤੁਸੀਂ? ਸਰ, ਰਾਜਨੀਤੀ ਵਿੱਚ ਆਉਣ ਦਾ ਮੇਰਾ ਵੈਸੇ ਕੋਈ ਮਕਸਦ ਨਹੀਂ ਸੀਗਾ। ਰਾਜਨੀਤੀ ਨਹੀਂ ਸਮਾਜ ਸੇਵਾ ਕਿਹਾ ਜਾ ਸਕਦਾ। ਤੇ ਜਦੋਂ ਮੈਂ 2002 ਚ ਤੇ ਮੋਜੋਵਾਲ ਉਸ ਵੇਲੇ ਵਾਰਡ ਨੰਬਰ 5 ਸੀਗਾ ਜੀ। ਮੋਜੋਵਾਲ ਦੇ ਹਾਲਾਤ ਠੀਕ ਨਹੀਂ ਸੀਗੇ। ਕਮੇਟੀ ਵਿੱਚ ਹੋਣ ਦੇ ਬਾਵਜੂਦ ਵੀ ਨਾ ਉੱਥੇ ਸੀਵਰੇਜ, ਨਾ ਪਾਣੀ, ਨਾ ਸਟਰੀਟ ਲਾਈਟ, ਕੁਝ ਵੀ ਉੱਥੇ ਸਹੂਲਤ ਨਹੀਂ ਸੀਗੀ। ਫਿਰ ਮਨ ਵਿੱਚ ਆਇਆ ਜੇ ਮੈਂ ਇਸ ਰਾਜਨੀਤੀ ਵਿੱਚ ਆਂਦੀ ਤਾਂ ਮੈਂ ਇਹ ਸਾਰੇ ਕੁਝ ਕਰੂੰਗੀ।
ਤੇ ਫਿਰ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਿਆ, ਮੈਨੂੰ ਸਾਰਿਆਂ ਨੇ ਸਪੋਰਟ ਕੀਤਾ। ਉਦੋਂ ਕਲੋਨੀ ਵੀ ਹੁੰਦੀ ਸੀਗੀ, ਪਿੰਡ ਵੀ ਹੁੰਦਾ ਸੀਗਾ ਜੀ, ਮੈਨੂੰ ਹਰ ਪੱਖੋਂ ਸਪੋਰਟ ਮਿਲੀ ਜੀ। ਇੰਡੀਪੈਂਡੈਂਟ ਮੈਂ ਇਲੈਕਸ਼ਨ ਲੜਿਆ, ਫਿਰ ਕਾਂਗਰਸ ਦੀ ਕਮੇਟੀ ਬਣੀ ਜੀ, ਤੇ ਮੈਂ ਉਹਨਾਂ ਨੂੰ ਸਪੋਰਟ ਕੀਤਾ, ਤੇ ਉਹਦੇ ਵਿੱਚ ਵੀ ਇਸ ਤਰ੍ਹਾਂ ਮੇਰੀ ਜੀ ਰਾਜਨੀਤੀ। ਬਿਲਕੁਲ। ਜੇ ਅਸੀਂ ਗੱਲ ਕਰੀਏ, ਤੁਸੀਂ ਸਭ ਤੋਂ ਪਹਿਲਾਂ ਆਜ਼ਾਦ ਇਲੈਕਸ਼ਨ ਲੜਿਆ, ਆਜ਼ਾਦ ਇਲੈਕਸ਼ਨ ਲੜ ਕੇ ਤੁਸੀਂ ਜਿੱਤ ਹਾਸਲ ਕੀਤੀ। ਕਿਆ ਤੁਹਾਨੂੰ ਉਦੋਂ ਉਮੀਦ ਸੀਗੀ, ਨਾ ਤੁਸੀਂ ਬੀਜੇਪੀ ਵੱਲ ਨਾ ਕਾਂਗਰਸ ਵੱਲ, ਆਜ਼ਾਦ ਲੜ ਕੇ ਤੁਸੀਂ ਵਿਕਾਸ ਕਰਵਾ ਸਕਦੇ ਸੀ? ਕਿਵੇਂ ਵਿਕਾਸ ਕਰਵਾਇਆ ਸਭ ਤੋਂ ਪਹਿਲੀ ਟਰਨਓਵਰ ਦੇ ਵਿੱਚ? ਜੀ ਮੈਨੂੰ ਪੂਰਾ ਯਕੀਨ ਸੀਗਾ, ਕਿਉਂਕਿ ਲੋਕ ਮੇਰੇ ਨਾਲ ਸੀਗੇ। ਜਦੋਂ ਲੋਕ ਤੁਹਾਡੇ ਨਾਲ ਹੁੰਦੇ ਨਾ, ਤੁਸੀਂ ਬੜੇ ਤੋਂ ਬੜਾ ਕੰਮ ਵੀ ਕਰ ਸਕਦੇ। ਤੇ ਉਸ ਵੇਲੇ ਨਾ ਤਾਂ ਮੈਨੂੰ ਕਾਂਗਰਸ ਦੀ ਚਿੰਤਾ ਸੀ, ਨਾ ਮੈਨੂੰ ਬੀਜੇਪੀ ਦੀ ਚਿੰਤਾ ਸੀ, ਮੈਨੂੰ ਇੱਕੋ ਚਿੰਤਾ ਸੀਗੀ ਵੀ ਮੈਂ ਆਪਣੇ ਪਿੰਡ ਦਾ, ਆਪਣੇ ਵਾਰਡ ਦਾ ਵਿਕਾਸ ਕਰਾਉਣਾ, ਔਰ ਉਹ ਹੋਇਆ। ਉਸ ਸਮੇਂ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਵਿਕਾਸ ਦੇ ਕੰਮ ਹੈ ਜਿਹੜੇ ਤੁਸੀਂ ਕੀਤੇ? ਉਸ ਟਾਈਮ ਨਾ ਤਾਂ ਪਾਣੀ ਸੀਗਾ, ਨਾ ਸੀਵਰੇਜ ਸੀਗੀ, ਫਾਰਮੇਸੀ ਕਾਲਜ ਬੰਦ ਹੋਣ ਦੇ ਕਗਾਰ ਪਰ ਸੀਗਾ, ਬਿਲਕੁਲ ਬੀਜੇਪੀ ਦੀ ਸਰਕਾਰ ਸੀਗੀ ਉਦੋਂ। 90% ਕਾਲਜ ਜਿਹੜਾ ਬੰਦ ਹੋਣ ਦੇ ਕਗਾਰ ਪਰ ਸੀਗਾ। ਉਸ ਵੇਲੇ ਮੇਰੀ ਕੌਂਸਲ ਕੋਲੋਂ, ਕਾਂਗਰਸ ਦੇ ਜਿਹੜੇ ਵਰਕਰ ਸੀਗੇ, ਪ੍ਰਧਾਨ ਸੀਗੇ, ਉਹਨਾਂ ਕੋਲ ਇੱਕੋ ਹੀ ਮੰਗ ਸੀਗੀ, ਜੇ ਮੈਨੂੰ ਤੁਸੀਂ ਫਾਰਮੇਸੀ ਕਾਲਜ ਬਣਾ ਕੇ ਦਿੰਦੇ ਆ ਤਾਂ ਮੇਰੀ ਵੋਟ ਬਿਨਾਂ ਕਿਸੇ ਦਬਾਅ ਤੇ, ਬਿਨਾਂ ਕਿਸੇ ਉਹ ਤੋਂ, ਤਾਂ ਮੈਂ ਕਾਂਗਰਸ ਨੂੰ ਦਊਂਗੀ ਜੀ। ਔਰ ਉਸ ਵੇਲੇ ਅਸੀਂ ਫਾਰਮੇਸੀ ਦਾ ਕੰਮ ਸ਼ੁਰੂ ਕੀਤਾ, ਸਕੂਲ ਦਾ ਕੰਮ ਪਾਸ ਕਰਾਇਆ, ਸੀਵਰੇਜ ਪਿਆ ਜੀ, ਲਾਈਟਾਂ ਲੱਗੀਆਂ, ਸਟਰੀਟ ਲਾਈਟ ਬਿਲਕੁਲ ਨਹੀਂ ਸੀਗੀ, ਫਿਰ ਪਾਣੀ ਦੀ ਪਾਈਪ ਲਾਈਨਾਂ ਪਈਆਂ, ਸਾਰੇ ਮੋਜੋਲ 'ਚ ਪਾਈਆਂ ਜੀ। ਸੀਵਰੇਜ ਦਾ ਸ਼ੁਰੂ ਕੀਤਾ ਜੀ, ਜੰਜ ਘਰ ਬਣਵਾਇਆ ਜੀ, ਅਸੀਂ ਉਹਦਾ ਨਾਮ ਜੰਜ ਘਰ ਰੱਖਿਆ ਸੀ, ਅੱਜ ਕੱਲ੍ਹ ਤਾਂ ਉਹ ਕਮਿਊਨਿਟੀ ਸੈਂਟਰ ਦੇ ਨਾਲ ਨਾ ਜਾਣਿਆ ਜਾਂਦਾ। ਜੰਜ ਘਰ ਸੀ, ਪਿੰਡ ਨੂੰ ਕਿਤੇ ਬਰਾਤ ਜੇ ਕਿਤੇ ਰੱਖਣੀ ਹੋਵੇ ਕਿਸੇ ਨੇ ਤਾਂ ਜਗ੍ਹਾ ਨਹੀਂ ਸੀਗੀ ਜੀ। ਇਹ ਤਾਂ ਹੋ ਗਈ ਜੀ ਜਦੋਂ ਤੁਸੀਂ ਆਜ਼ਾਦ ਸੀਗੇ, ਤੇ ਸੈਕੰਡ ਟਰਨ ਉੱਪਰ ਤੁਸੀਂ ਕਾਂਗਰਸ ਵੱਲ ਤੇ ਇਲੈਕਸ਼ਨ ਲੜਿਆ, ਉਸ ਸਮੇਂ ਤੁਸੀਂ ਓਪੋਜੀਸ਼ਨ 'ਚ ਸੀਗੇ, ਉਸ ਟਾਈਮ ਤੁਹਾਡੇ ਕੰਮ ਹੋਏ ਕੀ? ਓਪੋਜੀਸ਼ਨ 'ਚ ਸਾਡੇ ਕੰਮ ਨਹੀਂ ਹੋਏ ਜੀ। ਅਜਿਹਾ ਕਿਉਂ? ਆਜ਼ਾਦ ਸੀਗੇ ਉਦੋਂ ਕੰਮ ਹੋਏ, ਓਪੋਜੀਸ਼ਨ ਚਲੇ ਗਏ ਕੰਮ ਨਹੀਂ ਹੋਏ ਜੀ? ਓਪੋਜੀਸ਼ਨ 'ਚ ਆ ਕੇ ਜਦ ਕਿ ਸਾਡਾ ਜਿਹੜਾ ਸਾਡਾ ਸੀ ਓਪੋਜੀਸ਼ਨ ਸੀ, ਉਹ ਵੀ ਅਸੀਂ ਭਾਰੀ ਸੀਗੇ, ਇਹ ਨਹੀਂ ਸੀਗੇ ਅਸੀਂ 1 2 4 ਸੀਗੇ, ਅਸੀਂ ਬਹੁਤ ਉਹਦੇ ਨਾਲ ਲੜਾਈ ਲੜੀ, ਪਰ ਸਾਡੇ ਕੰਮ ਨਹੀਂ ਹੋਏ। ਅਸੀਂ 5 ਸਾਲ ਲੜਾਈ ਲੜਦੇ ਰਹੇ, ਪਰ ਸਾਡਾ ਕੋਈ ਕੰਮ ਨਹੀਂ ਹੋਇਆ। ਜਦੋਂ ਤੁਸੀਂ ਉਹ ਪਿਛਲੇ ਸੈਕੰਡ ਟਰਮ ਦੇ ਜੋ 5 ਸਾਲ ਕੰਮ ਹੀ ਨਹੀਂ ਕੀਤੇ, ਫਿਰ ਲੋਕਾਂ ਨੇ ਤੁਹਾਨੂੰ ਫਿਰ ਤੋਂ ਜਿਤਾ ਦਿੱਤਾ, ਅਜਿਹਾ ਕਿਉਂ ਹੋਇਆ ਜੀ? ਫਿਰ ਕਿਉਂਕਿ ਮੈਂ ਲੋਕਾਂ ਨਾਲ ਜੁੜੀ ਵੀ ਜੀ, ਮੈਂ ਮੋਜੋ ਵਾਲੇ ਵੀ ਲੋਕਾਂ ਨਾਲ ਜੁੜੀ, ਮੈਂ ਇਸ ਵਾਰਡ 'ਚ ਵੀ ਲੋਕਾਂ ਨਾਲ ਜੁੜੀ ਵੀ, ਮੈਂ ਲੋਕਾਂ ਦੇ ਕੰਮ ਕਰਦੀ। ਲੋਕ ਮੈਨੂੰ ਅੱਧੀ ਰਾਤ ਨੂੰ ਬੁਲਾਵੇ, ਮੈਂ ਅੱਧੀ ਰਾਤ ਨੂੰ ਜਾਣਾ ਜੀ। ਲੋਕ ਇੱਦਾਂ ਵੋਟ ਨਹੀਂ ਪਾਉਂਦੇ ਹੁੰਦੇ। ਅਗਰ ਲੋਕਾਂ ਦੇ ਜ਼ਰੂਰੀ ਨਹੀਂ ਹੈਗਾ ਵੀ ਕੰਮ ਨਹੀਂ ਹੋਏ, ਲੋਕਾਂ ਦਾ ਪਰਸਨਲ ਕੰਮ, ਲੋਕਾਂ ਦੇ ਸਾਈਨ, ਲੋਕਾਂ ਦੀ ਰਜਿਸਟਰੀ, ਲੋਕਾਂ ਦੀ ਵਸੀਅਤ, ਲੋਕਾਂ ਦੀ ਉਹ ਜਿੱਥੇ ਵੀ ਰਾਸ਼ਨ ਕਾਰਡ, ਨੀਲਾ ਕਾਰਡ, ਆਧਾਰ ਕਾਰਡ, ਜੋ ਵੀ ਨਾਲ ਜਾ ਕੇ ਕਰਵਾਇਆ ਲੋਕ। ਇਹ ਤਾਂ ਐਮਸੀ ਦੀ ਡਿਊਟੀ ਹੁੰਦੀ ਹੈ ਜੀ, ਸਾਰੇ ਐਮਸੀ ਇਹ ਕਰਦੇ ਆ। ਇਸ ਤੋਂ ਇਲਾਵਾ ਅਲੱਗ ਕੀ ਸੀਗਾ ਜਿਹੜਾ ਤੁਸੀਂ ਆਪਣੇ ਵਾਰਡ ਵਾਸਤੇ ਕੀਤਾ? ਪਿਛਲੇ ਸੈਕੰਡ ਟਰਮ ਨੂੰ ਛੱਡ ਕੇ ਅਸੀਂ ਥਰਡ ਟਰਮ ਦੀ ਗੱਲ ਕਰ ਲਈਏ, ਟਰਮ ਤੁਸੀਂ ਐਮਸੀ ਸੀਗੇ, ਮੈਜੋਰਟੀ 'ਚ ਸੀਗੇ ਤੁਸੀਂ। ਅਜਿਹੇ ਕਿਹੜੇ ਕਿਹੜੇ ਕੰਮ ਹੈ ਜਿਹੜੇ ਤੁਸੀਂ ਕੀਤੇ ਤੇ ਲੋਕ ਉਹਨਾਂ ਨੂੰ ਯਾਦ ਰੱਖ ਕੇ ਤੁਹਾਨੂੰ ਨੈਕਸਟ ਟਾਈਮ ਜੇ ਚਾਂਸ ਮਿਲਦਾ ਤਾਂ ਵੋਟ ਪਾਣ? ਸਰ ਜਿਹੜੇ 2.5 ਸਾਲ ਤਾਂ ਸਾਡੇ ਓਪੋਜੀਸ਼ਨ ਵਿੱਚ ਨਿਕਲ ਗਏ ਜੀ, 2.5 ਸਾਲ ਮਿਲੇ, 2-2.5 ਸਾਲ। ਫਿਰ ਇਹ ਜਿਹੜਾ ਸਾਡਾ ਵਾਰਡ ਹੈ ਮੇਰਾ 16 ਨੰਬਰ, ਇਹ ਬਹੁਤ ਕੁਛ NFL ਦੇ ਅਧੀਨ ਹੈ। ਅਸੀਂ ਇੱਥੇ ਕੰਮ ਤਾਂ ਹੀ ਕਰ ਸਕਦੇ ਜੇ NFL ਸਾਨੂੰ ਪਰਮਿਸ਼ਨ ਦੇਊਗੀ। ਫਿਰ ਸਾਡੇ ਥੋੜ੍ਹੇ ਜਿਹੇ NFL ਨਾਲ ਵੀ ਮਤਭੇਦ ਸੀਗੇ, ਕਮੇਟੀ ਦੇ, ਔਰ ਮੇਰਾ ਨਹੀਂ, ਕਮੇਟੀ ਦਾ ਔਰ NFL ਦਾ, ਤੇ ਫਿਰ ਕੁਝ ਸਾਨੂੰ ਪਰਮਿਸ਼ਨਾਂ ਨਹੀਂ ਮਿਲਦੀਆਂ ਸੀਗੀਆਂ। ਹੁਣ ਸਾਡੇ GM ਸਾਹਿਬ ਹੈ ਜੀ, ਮਾਰਕਨ ਜੀ, ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ। ਸਾਡੇ ਯੂਨੀਅਨ ਦੇ ਪ੍ਰਧਾਨ ਸੁਮਨ ਜੀ ਆ, ਉਹ ਸਾਨੂੰ ਬੜੀ ਸਪੋਰਟ ਕਰਦੇ, ਤੇ ਇਸ ਕਰਕੇ ਹੁਣ ਹੋਪ ਹੈ। ਦੇਖੋ ਨਿਆ ਨੰਗਲ 'ਚ ਸਫਾਈ ਦਾ ਜ਼ਿਆਦਾ ਹੈ, ਤੇ ਅਸੀਂ ਹਰ ਵਕਤ ਕੋਸ਼ਿਸ਼ ਇਹੀ ਰਹਿੰਦੀ ਸਾਡੀ, ਕਿਤੋਂ ਤੋਂ ਵੀ ਸਾਨੂੰ ਫੋਨ ਆ ਜਾਵੇ, ਕੋਈ ਵੀ ਬੰਦਾ ਸਾਨੂੰ ਕਹਿ ਦੇਵੇ ਵੀ ਉੱਥੇ ਸਫਾਈ ਨਹੀਂ ਹੋਈ, ਸਾਡੇ ਕਹਿਣ ਤੋਂ ਆਹ ਕੰਮ ਨਹੀਂ ਹੋਇਆ। ਤੇ ਛੋਟੇ ਛੋਟੇ ਲੈਵਲ 'ਤੇ ਮੇਰੇ ਵਾਰਡ 'ਚ ਸਭ ਤੋਂ ਵੱਧ ਕੰਮ ਸਫਾਈ ਔਰ ਸਫਾਈ ਹੈ। ਇਸ ਵੇਲੇ 18 ਵਰਕਰ। ਪਰ ਸਫਾਈ ਦਾ ਮੁੱਦਾ ਤਾਂ ਇੱਥੇ ਹਮੇਸ਼ਾ ਹੀ ਰਿਹਾ ਹੈ। ਸੈਕਟਰ 1 ਦੀ ਗੱਲ ਕਰੀਏ ਤਾਂ ਸਫਾਈ ਦਾ ਮੁੱਦਾ ਗਰਮਾਉਂਦਾ ਰਿਹਾ ਜੀ ਸਰ। ਸੈਕਟਰ 1 'ਚ ਤੁਸੀਂ ਕਿਸੇ ਨੂੰ ਬੰਦੇ ਨੂੰ ਵੀ ਪੁੱਛ ਲਓ ਵੀ ਅੱਜ ਸਫਾਈ ਨਹੀਂ ਹੈ ਤਾਂ ਮੈਂ ਤੁਹਾਡੀ ਦੇਣਦਾਰ ਹੋਊਂਗੀ। ਸਫਾਈ ਹਰ ਜਗ੍ਹਾ ਸਫਾਈ ਹੈ, ਹਾਂ ਬਰਸਾਤਾਂ ਹੈ। ਬਿਲਕੁਲ, ਮੈਂ ਗੱਲ ਕਰ ਰਿਹਾ ਜੀ, ਮੁੱਦਾ ਰਿਹਾ ਸਫਾਈ ਦਾ, ਤੁਸੀਂ ਕਿਸ ਤਰ੍ਹਾਂ ਹੱਲ ਕਰਵਾਇਆ ਇਸ ਨੂੰ? ਕਿਉਂਕਿ ਜੇ ਅਸੀਂ ਗੱਲ ਕਰੀਏ, ਕੁਝ ਵਾਰਡਾਂ ਦੇ ਸਾਡੇ ਐਮਸੀ ਨਾਲ ਗੱਲ ਹੋਈ, ਉਹਨੇ ਆਪਣੇ ਪਰਸਨਲ ਵਰਕਰ ਵੀ ਰੱਖੇ ਹੋ ਸੀ। ਕਿ ਤੁਸੀਂ ਵੀ ਪਰਸਨਲ ਵਰਕਰ ਰੱਖੇ ਜਾਂ ਕੌਂਸਲ ਵੱਲੋਂ? ਨਹੀਂ ਸਰ, ਮੈਨੂੰ ਕੌਂਸਲ ਵੱਲੋਂ 18-20 ਵਰਕਰ ਹੋਣੇ ਜਿਹੜੇ ਬਲਾਕ ਵਾਈ ਕੰਮ ਕਰਦੇ ਜੀ, ਔਰ ਬੜੀ ਇਮਾਨਦਾਰੀ ਨਾਲ ਕਰਦੇ। ਸਾਡੇ ਜਿਹੜੇ ਸਫਾਈ ਸੇਵਕ ਹੋਏ, ਸਾਡੇ ਟਰੈਕਟਰ ਚੱਲਦੇ, ਸਾਡੇ ਕੋਲ JCB ਮਸ਼ੀਨ ਹੈਗੀ। ਨਿਆ ਨੰਗਲ 'ਚ ਤਾਂ ਕਿਆ ਹੈ, ਸਿਰਫ ਝਾੜੀਆਂ ਹੈ,
ਔਰ ਅਸੀਂ ਜਿੱਥੇ ਤੱਕ ਕੋਸ਼ਿਸ਼ ਹੈਗੀ ਆ, ਚਾਹੇ ਸਕੂਲ ਆ ਜਾਂਦੇ, ਚਾਹੇ ਕੋਈ ਮੰਦਿਰ ਆ ਜਾਂਦੇ, ਚਾਹੇ ਕਿਤੇ ਕੋਈ ਬਲਾਕ ਆ ਜਾਂਦੀ, ਸਾਡੀ ਇਹੀ ਕੋਸ਼ਿਸ਼ ਰਹਿੰਦੀ ਠੀਕ ਹੈ ਥੋੜ੍ਹੀਆਂ ਬਰਸਾਤਾਂ ਜਾਂ ਅੱਜ ਤੁਸੀਂ ਘਾਹ ਦੀ ਕਟਾਈ ਕਰਦੇ 10 ਦਿਨ ਬਾਅਦ ਫੇਰ ਹੋ ਜਾਂਦਾ। ਤੇ ਦੇਖੋ ਮਸ਼ੀਨਰੀ ਹੈ, ਉਹਨੇ ਸਾਰੇ ਵਾਰਡਾਂ 'ਚ ਜਾਣਾ। ਮੈਂ ਇੱਕ ਆਪਣੇ ਵਾਰਡ ਦੀ ਨਹੀਂ ਗੱਲ ਕਰਦੀ, ਮੈਂ ਨਿਆ ਨੰਗਲ ਦੀ ਵੀ ਗੱਲ ਕਰਦੀ। ਸੈਕਟਰ 2 'ਚ ਸਾਨੂੰ ਕਿਤੇ ਵੀ ਕਿਤੋਂ ਫੋਨ ਆਉਂਦਾ ਸੀ, ਉੱਥੇ ਮਿਲਦੇ। ਆਪਣਾ A1 B1 ਜਿੱਥੋਂ ਵੀ ਸਾਨੂੰ ਕਿਹਾ ਜਾਂਦਾ ਮੋਜੋਵਾਲ। ਮੈਂ ਨਿਆ ਨੰਗਲ 'ਚ ਇੱਕ, ਮੈਂ ਇਹ ਨਹੀਂ ਵੀ ਮੈਂ ਆਪਣੇ ਵਾਰਡ ਦਾ ਧਿਆਨ ਰੱਖਿਆ, ਮੈਨੂੰ ਆਪਣੇ 5 ਵਾਰਡਾਂ ਦਾ ਧਿਆਨ ਹੈ ਜੀ। 5 ਵਾਰਡਾਂ ਦਾ ਅਸੀਂ ਕਿਤੇ ਵੀ ਕੋਈ ਕਹੇ ਵੀ ਉੱਥੇ ਸਫਾਈ ਹੋਣੀ, ਉੱਥੇ ਜ਼ਰੂਰਤ ਹੈ, ਉੱਥੇ ਆ। ਔਰ ਸਫਾਈ ਪੱਖੋਂ ਮੈਨੂੰ ਲੱਗਦਾ ਵੀ ਸਾਡਾ ਨਿਆ ਨੰਗਲ ਜੀ ਬੈਸਟ। ਜੀ ਬਿਲਕੁਲ। ਜਿਵੇਂ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਸੀਗਾ ਓਪੋਜੀਸ਼ਨ, ਉਸ ਟਾਈਮ ਤੁਹਾਡੇ ਨਾਲ ਪਾਰਸ਼ੈਲਿਟੀ ਹੁੰਦੀ ਸੀ, ਪਰ ਇਸ ਸਮੇਂ ਜਿਹੜੇ ਤੁਹਾਡੇ ਓਪੋਜੀਸ਼ਨ 'ਚ ਹੈ ਸੇਮ ਐਲੀਗੇਸ਼ਨ ਉਹ ਲਗਾ ਰਹੇ ਨੇ ਕਿ ਉਹਨਾਂ ਨਾਲ ਪਾਰਸ਼ੈਲਿਟੀ ਹੁੰਦੀ ਹੈ। ਅਜਿਹਾ ਕਿਉਂ ਕੀਤਾ ਜਾਂਦਾ ਸੀਗਾ? ਸਰ ਇਸ ਗੱਲ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦੀ। ਤੁਸੀਂ ਨਿਆ ਨੰਗਲ ਦਾ ਲੈ ਲਓ, ਤੁਸੀਂ ਮੋਜੋਵਾਲ ਦੇਖ ਲਓ, ਉੱਥੇ ਵੀ ਉਹਨਾਂ ਉੱਥੇ ਦੇ MC ਵੀ ਓਪੋਜੀਸ਼ਨ ਸੀਗੇ। ਮੋਜੋਵਾਲ 'ਚ ਪੁੱਛ ਲਓ ਵੀ ਕਿਹੜਾ ਕੰਮ ਰੁਕਿਆ ਵਾ, ਹਰ ਕੰਮ ਹੋ ਰਿਹਾ ਜੀ। ਸੈਕਟਰ 2 ਹੈ ਜੀ, ਐਡਾ ਵੱਡਾ ਸੀ ਉੱਥੇ ਇੱਕ ਰਾਮਲੀਲਾ ਦੇ ਉਹਦੇ 'ਚ ਹਾਲ ਸ਼ੈੱਡ ਬਣਾਈ, ਅੱਡੀ ਬਣੀ, ਉਹ ਵੀ ਤਾਂ ਓਪੋਜੀਸ਼ਨ 'ਚ ਹੀ ਹੈ ਜੀ, ਉੱਥੇ ਹੋ ਰਿਹਾ। ਉਹ ਤਾਂ ਕਹਿ ਰਿਹਾ ਕਿ ਜਿਹੜੇ ਅਸੀਂ ਕੰਮ ਕਰਵਾਏ ਆ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰਵਾਏ ਆ, ਬਾਏ ਕਾਨੂੰਨ ਕਰਵਾਇਆ, ਪਰ ਜਦੋਂ ਜਾਂਦੇ ਸੀਗੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਸੀਗੀ, ਫਿਰ ਉਹਦਾ ਬਾਏ ਕਾਨੂੰਨ ਦੇ ਪ੍ਰੋਸੈਸ ਨਾਲ ਹੋਇਆ ਕੰਮ। ਨਹੀਂ ਸਰ, ਮੈਂ ਇਸ ਗੱਲ ਨੂੰ ਨਹੀਂ ਕਹਿ ਸਕਦੀ ਵੀ ਕਾਨੂੰਨ ਦੇ, ਕਿਉਂਕਿ ਮੈਨੂੰ ਇਹ ਪਤਾ ਵੀ ਕਮੇਟੀ ਨੇ ਕੀਤੇ, ਅਸੀਂ ਕੀਤੇ, ਮੈਨੂੰ ਇਸ ਗੱਲ ਦਾ ਪਤਾ ਹੈ ਜੀ। ਕਾਨੂੰਨ ਕਿੱਥੋਂ ਲਿਆਂਦਾ ਉਹਨਾਂ ਨੇ, ਕਾਹਦਾ ਕਾਨੂੰਨ ਹੈ ਉਹ ਮੈਨੂੰ ਨਹੀਂ ਪਤਾ। ਓਪੋਜੀਸ਼ਨ ਦੀ ਗੱਲ ਕਰੀਏ, ਓਪੋਜੀਸ਼ਨ ਦੇ ਲਗਾਤਾਰ ਐਲੀਗੇਸ਼ਨ ਲੱਗ ਰਹੇ ਨੇ, ਕਿਉਂਕਿ ਤੁਸੀਂ ਸੱਤਾ ਵਿੱਚੋਂ ਐਲੀਗੇਸ਼ਨ ਓਪੋਜੀਸ਼ਨ ਦੇ ਬਣਦੇ ਵੀ ਹੈ, ਤਾਂ ਉਹਨਾਂ ਦਾ ਕਹਿਣਾ ਕਿ ਕਰਪਸ਼ਨ ਬਹੁਤ ਹੋਈ ਹੈ ਇਸ ਵਾਰ ਕੌਂਸਲ ਦੇ ਵਿੱਚ। ਇਸ ਬਾਰੇ ਤਾਂ ਸਰ ਓਪੋਜੀਸ਼ਨ ਹੀ ਦੱਸ ਸਕਦੇ, ਕਿਉਂਕਿ ਜੇ ਕਰਪਸ਼ਨ ਦੀ ਗੱਲ ਕਰਦੇ ਜਿਵੇਂ ਕਿ ਉਹਨਾਂ ਨੇ ਕਿ ਮੰਨਿਆ ਸਰ, ਮੰਨਿਆ ਕਰਪਸ਼ਨ ਹੋ ਰਹੀ, ਉਹ ਤੇ 5 ਸਾਲ ਪਹਿਲੇ ਨਹੀਂ ਕਰਪਸ਼ਨ ਸੀਗੀ। ਜਦੋਂ ਤੁਸੀਂ ਕਿਉਂ ਨਹੀਂ ਉਠਾਇਆ? ਤੁਸੀਂ ਮੁੱਦਾ ਕਿਉਂ? ਅਸੀਂ ਕਿੰਨੀ ਵਾਰੀ ਡਾਇਰੈਕਟਰ ਸਾਹਿਬ ਨੂੰ ਲਿਖ ਕੇ ਦਿੱਤਾ, ਸਾਡੇ ਕੋਈ ਵੀ ਕਿਸੇ ਵੀ ਚੀਜ਼ ਦਾ ਕੀ ਮੁੱਦੇ ਸੀ ਕਰਪਸ਼ਨ ਦੇ? ਕਰਪਸ਼ਨ ਉਸ ਵੇਲੇ ਸਤਲੁਜ ਪਾਰਕ ਨੂੰ ਅਸੀਂ 1 ਕਰੋੜ ਸਵੀਮਿੰਗ ਪੂਲ ਬਣਾਇਆ, 1 ਕਰੋੜ ਰੁਪਇਆ ਉਹਦਾ ਲੱਗਿਆ, ਕਰੋੜ ਤੋਂ ਜ਼ਿਆਦਾ ਹੀ ਹੋਣਾ, ਘੱਟ ਨਹੀਂ ਹੋਣਾ। ਅਸੀਂ ਪਤਾ ਨਹੀਂ 100 ਲੈਟਰ ਲਿਖ ਕੇ ਡਾਇਰੈਕਟਰ ਸਾਹਿਬ, ਮੰਤਰੀ ਜੀ ਨੂੰ, ਸਾਰਿਆਂ ਨੂੰ ਦਿੱਤੇ, ਸਾਡੀ ਕੋਈ ਸੁਣਾਈ ਨਹੀਂ ਹੋਈ। ਕੀ ਕਰਪਸ਼ਨ ਸੀਗਾ? ਪਰ ਉਸ ਤੋਂ ਬਾਅਦ ਅੱਜ ਸਵੀਮਿੰਗ ਪੂਲ ਕਿਉਂ ਨਹੀਂ ਚੱਲ ਰਿਹਾ? ਫਿਰ ਜੇ ਤੁਸੀਂ ਆਪਾਂ ਕਰੋੜ ਰੁਪਇਆ ਕਮੇਟੀ ਦਾ ਲੱਗਿਆ ਹੋਇਆ, ਸਵੀਮਿੰਗ ਪੂਲ ਕਿਉਂ ਨਹੀਂ ਚੱਲ ਰਿਹਾ? ਬਿਲਕੁਲ ਸੇਮ ਕੁਐਸਚਨ ਸਾਡਾ, ਸਵੀਮਿੰਗ ਪੂਲ ਨਹੀਂ ਚੱਲ ਰਿਹਾ, ਤੁਸੀਂ ਵੀ ਸੱਤਾ ਸੀ, ਤੁਸੀਂ ਕਿਉਂ ਨਹੀਂ ਐਕਸ਼ਨ ਲਿਆ ਜੀ? ਫਿਰ ਸਰ ਉਹ ਐਕਚੁਅਲੀ ਜਿਹੜੇ ਸਾਡੇ ਇੰਜੀਨੀਅਰ ਹੈ ਜਾਂ ਉਹ ਹੈ, ਉਹਦੇ ਵਿੱਚ ਕਹਿੰਦੇ ਵੀ ਬਹੁਤ ਔਖਾ ਇਸ ਚੀਜ਼ ਨੂੰ ਰਿਕਵਰ ਕਰਨਾ। ਕਿਵੇਂ ਔਖਾ ਕਿਵੇਂ? ਕਿਉਂਕਿ ਜੇ ਕਰੋੜਾਂ ਰੁਪਇਆ ਪਬਲਿਕ ਦਾ ਲੱਗਿਆ ਜੀ, ਉੱਥੇ ਇੱਕ ਠੇਕੇਦਾਰ ਗਲਤ ਕੰਮ ਕਰਕੇ ਚਲੇ ਜਾਂਦਾ ਤਾਂ ਕੌਂਸਲ ਉਸ ਨੂੰ ਪੇ ਆਊਟ ਕਿਉਂ ਕਰ ਰਿਹਾ? ਕਿਉਂ ਨਹੀਂ ਉਹਨੂੰ ਰਿਕਵਰੀ ਪਾ ਰਿਹਾ ਜੀ? ਤੁਸੀਂ ਕਿਉਂ ਨਹੀਂ ਮੁੱਦਾ ਆਵਾਜ਼ ਉਠਾਈ? ਪਿਛਲੇ ਆਵਾਜ਼ ਉਠਾਈ ਸਰ, ਸਪੀਕਰ ਸਾਹਿਬ ਨੇ ਆਪ ਰਾਉਂਡ ਕੀਤਾ ਉੱਥੇ ਪਾਰਕ ਦਾ। ਸਿੱਧੂ ਸਾਹਿਬ ਵੀ ਆਏ ਸੀਗੇ ਇੱਥੇ ਦੇਖਣ ਵਾਸਤੇ। ਜੀ ਜੀ ਜੀ। ਹੁਣ ਇਹ ਜਿਹੜੀ ਉੱਪਰ ਲੈਵਲ ਦੀਆਂ ਗੱਲਾਂ ਸਪੀਕਰ ਸਾਹਿਬ ਨੇ ਦੇਖਿਆ, ਆਪਣੇ ਚੰਡੀਗੜ੍ਹ ਤੋਂ ਵੀ ਬੰਦੇ ਆਏ ਸੀਗੇ ਡਾਇਰੈਕਟਰੀ ਆਫਿਸ ਤੋਂ, ਉਹਨਾਂ ਨੇ ਦੇਖਿਆ ਦੁੱਖਿਆ ਕਰਿਆ, ਉਹਨਾਂ ਨੇ ਦੇਖਿਆ। ਹੁਣ ਉਹਦੇ ਬਾਅਦ ਉਹ ਕਿਆ ਕਰਦੇ ਇਸ ਬਾਰੇ ਬਹੁਤਾ ਮੈਨੂੰ ਨੌਲੇਜ ਨਹੀਂ। ਮਤਲਬ ਇਹ ਤੁਹਾਡੇ ਤੋਂ ਉੱਪਰ ਦੇ ਲੈਵਲ ਦੀ ਗੱਲ ਹੋ ਗਈ ਜੀ। ਜੀ ਬਿਲਕੁਲ। ਜੇ ਗੱਲ ਕਰੀਏ ਤਾਂ ਪੇਵਰਾਂ ਦਾ ਸ਼ਹਿਰ ਨੰਗਲ ਨੂੰ ਗਿਣਿਆ ਜਾ ਰਿਹਾ ਹੈ ਕਿ ਪੇਵਰਾਂ ਉੱਤੇ ਪੇਵਰ ਲਗਾਏ ਜਾ ਰਹੇ ਆ ਜੀ, ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਓਪੋਜੀਸ਼ਨ ਦੇ ਐਲੀਗੇਸ਼ਨ ਹੈ ਜਿੱਥੇ ਉਹਨਾਂ ਨੇ ਪਹਿਲਾਂ ਪੇਵਰ ਲਗਾ ਦਿੱਤੇ, ਉਸ ਜਗ੍ਹਾ ਤੇ ਜ਼ਿਆਦਾ ਪੱਟ ਕੇ ਦੁਬਾਰਾ ਫਿਰ ਪੇਵਰ ਲਗਾਏ ਜਾ ਰਹੇ ਆ, ਜਾਂ ਪੇਵਰਾਂ ਦੇ ਉੱਤੇ ਹੀ ਪੇਵਰ ਲਗਾਏ ਜਾ ਰਹੇ ਆ, ਅਜਿਹਾ ਕਿਉਂ ਹੋ ਰਿਹਾ? ਸਰ ਇਹ ਤਾਂ 2009 ਦੀ ਰੀਤ ਹੈ ਜੀ, ਹਲੇ ਇਸ ਟਾਈਮ ਤਾਂ ਪੇਪਰ ਬਹੁਤ ਘੱਟ ਲੱਗੇ ਸੀ। ਤੁਸੀਂ 2009 ਦੀ ਰੀਤ ਦੇ ਮੁਤਾਬਕ ਹੀ ਪੇਪਰਾਂ ਤੇ ਪੇਪਰ ਲਗਾ ਰਹੇ ਹੋ? ਨਹੀਂ, ਨਿਆ ਨੰਗਲ 'ਚ ਸਾਨੂੰ NFL ਨੇ ਕੋਈ ਪੇਪਰ ਲਗਾਉਣ ਦੀ ਪਰਮਿਸ਼ਨ ਨਹੀਂ ਦਿੱਤੀ। ਹਾਂ, ਕਿਤੇ ਕੋਈ ਸਕੂਲ ਹੈ ਜਾਂ ਕਿਤੇ ਕੋਈ ਉਹ ਹੈ, ਉੱਥੇ ਅਸੀਂ ਪੇਪਰ ਲਾਏ, ਅਸੀਂ ਪੇਪਰ ਨਹੀਂ ਲਾਏ। ਪੇਪਰਾਂ ਤੇ ਪੇਪਰ ਦੀ ਗੱਲ ਕਰ ਰਹੇ ਹਾਂ ਅਸੀਂ। ਇਦਾਂ ਦੀ ਤਾਂ ਮੇਰੇ ਨੌਲੇਜ 'ਚ ਕੋਈ ਗੱਲ ਨਹੀਂ ਹੈਗੀ, ਨਹੀਂ ਲੱਗੇ ਜੀ। ਬਿਲਕੁਲ, ਸਾਡੇ ਕੋਲ ਪ੍ਰਮਾਣ ਹੈ ਜੀ ਦਾ। ਹੋ ਸਕਦਾ ਵੀ ਕਿਤੇ ਲੱਗੇ ਹੋਵੇ, ਕਿਤੇ ਸਾਈਡ ਨੂੰ ਪਰਲੀ ਸਾਈਡ ਜਿਹੜਾ ਸੀਗਾ ਉੱਥੇ ਸੀਗੇ, ਬਾਕੀ ਮੇਰੇ ਹਿਸਾਬ 'ਚ ਤਾਂ ਨਹੀਂ ਲੱਗੇ ਜੀ। ਸਵੀਮਿੰਗ ਪੂਲ ਦੀ ਗੱਲ ਕਰੀਏ ਤਾਂ ਤੁਸੀਂ ਖੁਦ ਕਹਿ ਰਹੇ ਹੋ ਕਿ ਕਰਪਸ਼ਨ ਹੋਈ ਹੈ ਉੱਥੇ, ਤੁਸੀਂ ਕਿਉਂ ਨਹੀਂ ਮੁੱਦਾ ਉਠਾਇਆ ਫਿਰ? ਜਦ ਕਿ ਸਿੱਧੂ ਸਾਹਿਬ ਖੁਦ ਆ ਕੇ ਚਲੇ ਗਏ ਹੈ, ਤੁਸੀਂ ਕਿਉਂ ਨਹੀਂ ਮੰਗ ਕੀਤੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ? ਤੁਸੀਂ ਮੈਜੋਰਟੀ 'ਚ ਰਹੇ ਹੋ, ਤੁਸੀਂ ਕਿਉਂ ਨਹੀਂ ਹੱਲ ਕਰਵਾਇਆ ਅਜੇ ਤੱਕ? ਸਰ ਅਸੀਂ ਇਸ ਚੀਜ਼ ਦਾ ਬਹੁਤ ਖੰਡਨ ਕੀਤਾ ਸੀ, ਬਹੁਤ ਅਸੀਂ ਰੌਲਾ ਪਾਇਆ ਸੀਗੇ, ਅਸੀਂ ਰਿਟਨ ਵਿੱਚ ਲੈਟਰ ਪਾਏ ਸੀ ਜੀ। ਔਰ ਸਾਡੇ ਜਿਹੜੇ ਲੈਟਰ ਪਾਣ ਐਡਵੋਕੇਟ ਪਰਮਜੀਤ ਸਿੰਘ ਪੰਮਾ ਜੀ, ਉਹਨਾਂ ਨੇ ਮੇਰੇ ਹਿਸਾਬ 'ਚ ਕੋਈ 10-15 ਲੈਟਰਾਂ ਡਿਪਟੀ ਡਾਇਰੈਕਟਰ ਸਾਰਿਆਂ ਨੂੰ ਦਿੱਤੀਆਂ। ਤੇ ਇਸੇ ਕਰਕੇ ਤਾਂ ਸਿੱਧੂ ਸਾਹਿਬ ਜਾਂ ਸਾਡੇ ਸਪੀਕਰ ਸਾਹਿਬ ਆਏ ਜੀ, ਔਰ ਉਹਨਾਂ ਨੇ ਇਹਦੀ ਇੱਕ ਅਸੀਂ ਮੰਗ ਕਰਦੇ ਸੀ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ। ਤੇ ਉਹ ਮੇਰੇ ਹਿਸਾਬ 'ਚ ਇਹ ਜਿਹੜੀ ਵੀ ਹੈਗੀ ਉੱਚ ਸਤਰੀ ਬੈਠਕ, ਉਹ ਕਹਿੰਦੇ ਸੀ ਮੀਟਿੰਗ ਕਰੂੰਗੇ ਅਸੀਂ ਇਹਦਾ। ਜਦੋਂ ਓਪੋਜੀਸ਼ਨ 'ਚ ਸੀਗੇ ਉਦੋਂ ਪਾਏ ਹੋਣੇ ਨਾ ਤੁਸੀਂ, ਜਦੋਂ ਮੈਜੋਰਟੀ 'ਚ ਸੀਗੇ ਉਦੋਂ ਕਿਉਂ ਨਹੀਂ ਐਕਸ਼ਨ ਲਿਆ ਤੁਸੀਂ? ਸਰ ਜਿਸ ਵੇਲੇ ਐਕਸ਼ਨ ਲਿਆ, ਜਿਸ ਵੇਲੇ ਕੋਈ ਵੀ ਬੰਦਾ ਹੈਗਾ, ਐਕਸ਼ਨ ਤਾਂ ਤਦੋਂ ਹੀ ਲੱਗੋ, ਤਦੋਂ ਹੀ ਸਿੱਧੂ ਸਾਹਿਬ ਆਏ ਦੇਖਣ ਜੀ। ਜਦੋਂ ਅਸੀਂ ਰੌਲਾ ਪਾਇਆ ਵੀ ਇੱਥੇ ਕੁਝ ਹੈਗਾ ਹੈ, ਇੱਥੇ ਕੁਝ, ਜਿਸ ਵੇਲੇ ਕਿਸੇ ਚੀਜ਼ ਦਾ ਰੌਲਾ ਪੈਂਦਾ ਬੰਦਾ ਤਾਂ ਹੀ ਆਉਂਦਾ ਦੇਖਣ।
ਤੇ ਉਹਨਾਂ ਨੇ ਕਿਹਾ ਸੀ ਵੀ ਇਹਦੀ ਅਸੀਂ ਜਾਂਚ ਕਰਵਾਉਂਦੇ। ਰੋਲਾ ਤਾਂ ਆਪੋਜੀਸ਼ਨ ਪਾ ਰਹੀ ਸੀ। ਨਹੀਂ, ਰੌਲਾ ਅਸੀਂ ਵੀ ਪਾਇਆ ਜੀ। ਆਪੋਜੀਸ਼ਨ ਨੇ 9 ਤੋਂ 15 ਤੱਕ ਤਾਂ ਨਹੀਂ ਪਾਇਆ। 9 ਤੋਂ 15 ਤੱਕ ਕੋਈ ਰੌਲਾ ਨਹੀਂ ਸੀਗਾ। ਰੌਲਾ ਪਿਆ 15 ਤੋਂ ਬਾਅਦ। 15 ਤੋਂ ਬਾਅਦ ਰੌਲਾ ਪਿਆ ਜੀ, ਜਿਸ ਵੇਲੇ ਦੁਬਾਰਾ ਇਲੈਕਸ਼ਨ ਹੋਏ, ਜਿਸ ਵੇਲੇ ਕੀ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਗਲਤ ਕੰਮ ਕੀਤਾ? ਕੀ ਮੰਗ ਕਰਦੇ ਹੋ ਤੁਸੀਂ ਉਹਨਾਂ ਨੂੰ? ਕੀ ਹੋਣਾ ਚਾਹੀਦਾ ਜਿਨ੍ਹਾਂ ਨੇ ਗਲਤ ਕੰਮ ਕੀਤਾ, ਜਿਸ ਠੇਕੇਦਾਰ ਨੇ ਨਾ ਜਾਂ ਕਿਸੇ ਨੇ ਵੀ, ਅਸੀਂ ਕਹਿੰਦੇ ਉਹਨਾਂ ਨੂੰ ਕੜੀ ਤੇ ਕੜੀ ਸਜ਼ਾ ਮਿਲਣੀ ਚਾਹੀਦੀ ਜੀ, ਜਿਹੜਾ ਪਬਲਿਕ ਦਾ ਪੈਸਾ ਬਰਬਾਦ ਹੋਇਆ ਜੀ। ਅਸੀਂ ਇਹੀ ਮੰਗ ਕਰਦੇ ਜੀ। ਜੇ ਦੂਜੀ ਗੱਲ ਕਰੀਏ, ਅਸੀਂ ਕਰਪਸ਼ਨ ਦੀ ਗੱਲ ਚੱਲ ਰਹੀ ਹੈ, ਪੇਵਰਾਂ ਉੱਤੇ ਪੇਵਰ ਲੱਗੇ ਹੋਏ ਆ, ਨੰਗਲ ਸ਼ਹਿਰ ਪੇਵਰਾਂ ਦਾ ਸ਼ਹਿਰ ਬਣ ਕੇ ਰਹਿ ਗਿਆ ਜੀ। ਅਜਿਹਾ ਕਿਉਂ? ਤੁਹਾਡੀ ਕੌਂਸਲ ਦੁਆਰਾ ਪੇਵਰਾਂ ਤੇ ਪੇਵਰ ਕਿਉਂ ਲਗਾ ਦਿੱਤੇ ਗਏ ਦੁਬਾਰੇ? ਇਹ ਵੀ ਕਰਪਸ਼ਨ ਹੈ ਜੀ? ਕੀ ਸਰ, ਮੇਰੀ ਨੌਲੇਜ ਤਾਂ ਇਦਾਂ ਦਾ ਹੈ ਨਹੀਂ ਕਿਤੇ ਵੀ ਕਿਤੇ ਪੇਵਰਾਂ ਤੇ ਪੇਵਰ ਲੱਗੇ ਆ, ਜਾਂ ਜਿੱਥੇ ਕਿਤੇ ਲੱਗੇ ਆ ਜਾਂ ਉੱਥੇ ਠੀਕ ਨਹੀਂ ਲੱਗੇ ਹੋਣੇ ਜੀ, ਤਾਂ ਪੱਟ ਕੇ ਲਾਏ ਜੀ। ਮੇਰੀ ਨੌਲੇਜ ਇਦਾਂ ਦਾ ਕੁਝ ਨਹੀਂ ਹੈਗਾ ਵੀ ਪੇਵਰਾਂ ਦੇ ਪੇਵਰ ਲੱਗੇ ਜੀ। ਇੱਕ ਨੰਗਲ ਸ਼ਹਿਰ ਦੀ ਗੱਲ ਕਰੀਏ ਤਾਂ ਗਾਵਾਂ ਦਾ ਮੁੱਦਾ ਬੜਾ ਗਰਮਾਇਆ ਹੋਇਆ ਹੈ ਜੀ। ਜਦੋਂ ਮੀਡੀਆ ਖਬਰ ਲਗਾਉਂਦਾ ਹੈ, ਗਾਵਾਂ ਪਕੜੀਆਂ ਜਾਂਦੀਆਂ ਕੌਂਸਲ ਵੱਲੋਂ, ਐਕਸੀਡੈਂਟ ਬਹੁਤ ਹੁੰਦੇ ਆ ਗਾਵਾਂ ਦੇ ਨਾਲ। ਲਗਭਗ 1 ਲੱਖ ਰੁਪਇਆ ਮਹੀਨਾ ਕੌਂਸਲ ਗਊਸ਼ਾਲਾ ਨੂੰ ਦਿੰਦਾ ਹੈ ਗਾਵਾਂ ਪਕੜਨ ਦਾ, ਪਰ ਅੱਜ ਤੱਕ ਇਹ ਮਸਲਾ ਹੱਲ ਕਿਉਂ ਨਹੀਂ ਹੋਇਆ? ਤੁਸੀਂ ਇਸ ਦੀ ਆਵਾਜ਼ ਅੱਜ ਤੱਕ ਕਿਉਂ ਨਹੀਂ ਉਠਾਈ? ਸਰ, ਇਹਦੀ ਟਾਈਮ ਦੀ ਅਸੀਂ ਆਵਾਜ਼ ਉਠਾਈ ਜੀ। ਟਾਈਮ ਦੀ ਗਊਸ਼ਾਲਾ ਨੂੰ ਜੇ ਪੈਸਾ ਪਹਿਲੇ ਤੋਂ ਜਾਂਦਾ, ਹੁਣ ਸਾਡੀ ਕਮੇਟੀ ਸੀਗੀ, ਅਸੀਂ ਚਾਹੁੰਦੇ ਤਾਂ ਅਸੀਂ ਨਹੀਂ ਵੀ ਦਿੰਦੇ, ਅਸੀਂ ਵੀ ਉਹ ਜੋ ਇਹਨਾਂ ਨੇ ਲਾਇਆ 50-50 ਹਜ਼ਾਰ ਰੁਪਇਆ, ਅਸੀਂ ਉਹ ਰੈਗੂਲਰ ਚੱਲਦਾ ਪਿਆ ਜੀ। ਪੈਸਾ ਤਾਂ ਜਾ ਰਿਹਾ ਜੀ, ਪਰ ਗਾਵਾਂ ਦਾ ਹੁਣ ਤੱਕ ਹੱਲ ਕਿਉਂ ਨਹੀਂ ਹੋਇਆ ਜੀ? ਪਰ ਦੇਖੋ, ਜੇ ਅਸੀਂ 5 ਗਊਆਂ ਫੜ ਕੇ ਉੱਥੇ ਗਊਸ਼ਾਲਾ 'ਚ ਭੇਜਦੇ ਜੀ, 10 ਕੋਈ ਹੋਰ ਛੱਡ ਜਾਂਦਾ ਜੀ। ਕੋਈ ਪ੍ਰੋਪਰ ਪਾਲਿਸੀ ਨਹੀਂ ਬਣ ਸਕਦੀ ਜਿਹਦੇ ਵਾਸਤੇ, ਜਾਂ ਪਾਲਿਸੀ ਕਿਉਂ ਨਹੀਂ ਬਣਾਈ ਗਈ ਹੈ? ਜੇ ਅਸੀਂ ਗੱਲ ਕਰੀਏ, ਹੁਣ ਤੱਕ 1 ਲੱਖ ਰੁਪਇਆ ਮੰਥਲੀ ਜਾਂਦਾ ਹੈ ਤੇ 10 ਸਾਲਾਂ ਦਾ 1 ਕਰੋੜ ਤੋਂ ਉੱਪਰ ਜ਼ਿਆਦਾ ਪੈਸਾ ਚਲਾ ਗਿਆ ਜੀ ਗਊਸ਼ਾਲਾ ਨੂੰ, ਪਰ ਹੱਲ ਤਾਂ ਨਿਕਲਿਆ ਨਹੀਂ ਹੈ। ਲੋਕ ਫਿਰ ਪਰੇਸ਼ਾਨ ਹੈ, ਲੋਕਾਂ ਦਾ ਪੈਸੇ ਦਾ ਮਿਸਯੂਜ਼ ਹੈ ਜੀ। ਫਿਰ ਸਰ, ਮੈਂ ਇਸ ਚੀਜ਼ ਨੂੰ ਚਾਹੁੰਦੀ ਹੈ, ਇਹ ਸਾਡੇ ਦੇਖੋ ਛੋਟੇ ਲੈਵਲ ਦੀ ਗੱਲ ਨਹੀਂ ਹੈ, ਇਹ ਦੇਖੋ ਇਹ 'ਚ ਚਾਹੀਦਾ ਜੀ ਇੱਕ ਬਹੁਤ ਵਧੀਆ ਪਾਲਿਸੀ ਬਣਨੀ ਚਾਹੀਦੀ, ਜਿਹਦੇ ਨਾਲ ਜਾਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਜਾਨਵਰਾਂ ਦਾ ਵੀ ਨੁਕਸਾਨ ਨਾ ਹੋਵੇ। ਇਸ ਕਰਕੇ ਮੈਂ ਇਹ ਚਾਹੁੰਦੀ ਹੈ ਵੀ ਮੈਂ ਵੀ ਮੰਗ ਕਰਦੀ ਹਾਂ ਵੀ ਇੱਕ ਪਾਲਿਸੀ ਹੋਣੀ ਚਾਹੀਦੀ, ਜਾਂ ਕੁਝ ਵੀ ਹੋਵੇ ਵੀ ਜਿਹੜੀਆਂ ਸੜਕਾਂ ਤੇ ਐਕਸੀਡੈਂਟ ਹੁੰਦੇ, ਜੇ ਕਿਸੇ ਜਾਨ ਦਾ ਨੁਕਸਾਨ ਹੁੰਦਾ ਤਾਂ ਜਾਨਵਰ ਦਾ ਵੀ ਹੁੰਦਾ ਜੀ। ਤੇ ਇਸ ਕਰਕੇ ਕੋਈ ਇਦਾਂ ਦੀ ਪਾਲਿਸੀ ਬਣਨੀ ਚਾਹੀਦੀ ਜਿਹਦੇ ਕਰਕੇ ਦੋਨਾਂ ਦਾ ਨੁਕਸਾਨ ਬਚੇ। ਜੇ ਗੱਲ ਕਰੀਏ ਤਾਂ ਓਪੋਜੀਸ਼ਨ ਦਾ ਐਲੀਗੇਸ਼ਨ ਦੀ ਗੱਲ ਕਰ ਰਿਹਾ ਸੀ। ਓਪੋਜੀਸ਼ਨ ਦਾ ਐਲੀਗੇਸ਼ਨ ਹੈ ਕਿ ਕੌਂਸਲ ਦੇ ਵਿੱਚ ਮੀਟਿੰਗਾਂ ਹੀ ਨਹੀਂ ਹੋਈਆਂ ਜੀ, ਜੇ ਬੁਲਾਉਂਦੇ ਸੀਗੇ ਚਾਹ ਕੌਫੀ ਪੀ ਕੇ ਆ ਜਾਂਦੇ ਸੀਗੇ। ਅਜਿਹਾ ਕਿਉਂ ਹੁੰਦਾ ਸੀਗਾ? ਸਰ, ਹਾਂ, ਥੋੜਾ ਜਿਹਾ ਨਹੀਂ ਹੋਈਆਂ ਮੀਟਿੰਗਾਂ, ਪਰ ਇਹ ਵੀ ਤਾਂ ਸਾਡੇ ਜਦ ਓਪੋਜੀਸ਼ਨ ਰੌਲਾ ਪੈਂਦਾ ਸੀਗਾ ਮੀਟਿੰਗਾਂ ਨਹੀਂ ਹੁੰਦੀਆਂ ਸੀ। ਓਪੋਜੀਸ਼ਨ ਦਾ ਤਾਂ ਕੰਮ ਹੀ ਰੌਲਾ ਪਾਉਣਾ ਹੁੰਦਾ ਜੀ। ਸਰ, ਸਾਡੇ ਕੋਲ ਬਹੁਮਤ ਨਹੀਂ ਸੀਗਾ ਜੀ। ਜੇ ਜਿਸ ਵੇਲੇ ਤੁਹਾਡੇ ਕੋਲ ਬਹੁਮਤ ਨਹੀਂ ਹੁੰਦਾ, ਫਿਰ ਕੀ ਹੁੰਦਾ ਜੀ? ਫਿਰ ਆਪਸ ਵਿੱਚ ਸਾਰੇ ਰਲ ਕੇ ਜੇ ਕਿਸੇ ਮਤ ਤੇ ਤੁਸੀਂ ਸਹਿਮਤ ਹੁੰਦੇ, ਮੀਟਿੰਗ ਤਾਂ ਹੀ ਹੁੰਦੀ ਜੀ। ਮੈਜੋਰਟੀ ਤਾਂ ਤੁਹਾਡੀ ਸੀ ਨਾ ਕੌਂਸਲ 'ਚ? ਮੈਜੋਰਟੀ ਸਾਡੀ ਥੋੜੀ ਘੱਟ ਸੀਗੀ ਜੀ, ਸੀਗੀ ਪਰ ਪੂਰੀ ਨਹੀਂ ਸੀਗੀ ਜੀ। ਇਸ ਕਰਕੇ ਪਰ ਮਤੇ ਤਾਂ ਹੀ ਪਾਸ ਹੋਏ ਨਾ ਜਦੋਂ ਮੈਜੋਰਟੀ ਸੀਗੀ ਤੁਹਾਡੀ। ਜਿਸ ਮਤੇ ਤੇ ਵਿਪਕਸ਼ ਨਾਲ ਹੋ ਜਾਂਦੇ ਸੀਗਾ ਉਹ ਪਾਸ ਹੋ ਜਾਂਦੇ ਸੀ, ਜਿਹਦੇ ਚ ਆਕੜ ਜਾਂਦੇ ਤੇ ਉਹ ਰਹਿ ਜਾਂਦਾ ਸੀ। ਪਰ ਵਿਪਕਸ਼ ਤਾਂ ਕਹਿੰਦਾ ਉਹਨਾਂ ਦੀ ਸੁਣੀ ਨਹੀਂ ਗਈ ਹੈ। ਨਹੀਂ ਸਰ, ਉਹ ਬਾਹਰ ਕਹਿੰਦੇ, ਅੰਦਰ ਸੁਣੀ ਜਾਂਦੀ। ਵਿਪਕਸ਼ ਐਲੀਗੇਸ਼ਨ ਲਗਾ ਰਿਹਾ ਜੀ। ਨਹੀਂ, ਉਹ ਬਾਹਰ ਕਹਿੰਦੇ ਹੋਣੇ, ਅੰਦਰ ਤਾਂ ਦੇਖੋ ਸਾਰੇ ਰਲ ਮਿਲ ਕੇ ਹੀ ਕੰਮ ਹੁੰਦੇ। ਪਰ ਜੇ ਅਸੀਂ ਇੱਕ ਗੱਲ ਕਰੀਏ, ਜੋ ਪ੍ਰਧਾਨ ਨੇ ਤੁਹਾਡੇ, ਠੀਕ ਹੈ ਜੀ, ਪਹਿਲਾਂ ਬੀਜੇਪੀ ਦੇ ਪ੍ਰਧਾਨ ਸੀਗੇ, ਉਦੋਂ ਤੁਸੀਂ ਕਹਿੰਦੇ ਸਾਡੇ ਕੰਮ ਨਹੀਂ ਕਰਦੇ ਸੀਗੇ, ਹੁਣ ਕਾਂਗਰਸ ਦੇ ਪ੍ਰਧਾਨ ਹੋ ਗਏ, ਹੁਣ ਕੰਮ ਕਰਨ ਲੱਗ ਪਏ। ਕਿਆ ਪਾਰਟੀ ਬਦਲਣ ਵਾਲੀ ਪ੍ਰਧਾਨ ਦੇ ਜੋ ਬਿਹੇਵੀਅਰ ਆ ਉਹ ਚੇਂਜ ਹੋ ਗਿਆ ਜੀ? ਬਿਲਕੁਲ ਜੀ, ਬਿਲਕੁਲ ਜੀ। ਪ੍ਰਧਾਨ ਦੇ ਉੱਪਰ ਵੀ ਕੋਈ ਹੁੰਦਾ ਜੀ। ਜੇ ਪ੍ਰਧਾਨ ਐਮਸੀ ਦਾ ਕਹੇ ਤੇ ਕੰਮ ਕਰਨ ਲੱਗ ਜਾਵੇ ਤਾਂ ਵਿਚਾਰੇ ਦੀ ਪ੍ਰਧਾਨਗੀ ਜਾਂਦੀ ਹੁੰਦੀ। ਇਸ ਕਰਕੇ ਉੱਪਰ ਤੋਂ ਵੀ ਉਹਨਾਂ ਨੂੰ ਕੋਈ ਨਾ ਕੋਈ ਉਹ ਹੁੰਦੀਆਂ। ਇਸ ਕਰਕੇ ਅਜਿਹਾ ਕਿਉਂ ਸੀਗਾ ਕਿ ਉਹੀ ਪ੍ਰਧਾਨ ਬੀਜੇਪੀ ਟਾਈਮ, ਉਹੀ ਕਾਂਗਰਸ ਟਾਈਮ? ਕਿਆ ਤੁਹਾਨੂੰ ਆ ਸੀਗੀ ਜਦੋਂ ਓਪੋਜੀਸ਼ਨ 'ਚ ਉਹਨੇ ਕੰਮ ਨਹੀਂ ਕੀਤੇ ਤਾਂ ਤੁਹਾਡੇ ਕੰਮ ਕਿੱਦਾਂ ਕਰੇਗਾ ਜੀ ਪ੍ਰਧਾਨ? ਸਰ, ਓਪੋਜੀਸ਼ਨ ਪਰ ਉਹਦੇ ਪਰ ਪ੍ਰੈਸ਼ਰ ਸੀਗਾ ਜੀ, ਤੇ ਫਿਰ ਉਹਦੇ ਬਾਅਦ ਉਹਦਾ ਪ੍ਰੈਸ਼ਰ ਹਟ ਗਿਆ ਜੀ, ਉਹਨੇ ਕੰਮ ਕੀਤਾ ਜੀ। ਜੇ ਤੁਸੀਂ ਓਪੋਜੀਸ਼ਨ 'ਚ ਹੁੰਦੇ ਸ਼ਾਇਦ ਤੁਹਾਡਾ ਜਵਾਬ ਹੋਰ ਹੁੰਦਾ ਜੀ। ਨਹੀਂ ਸਰ, ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਅਗਰ ਨਹੀਂ ਹੁੰਦੇ ਤਾਂ ਨਹੀਂ ਕਹਿਣਾ ਸੀਗਾ ਜੀ। ਹੋਏ 2.5 ਸਾਲ ਕੰਮ ਤਾਂ ਕਹਿ ਰਿਹਾ ਜੀ, ਫਿਰ ਹੋਏ ਆ ਜੀ, ਮੰਨਿਆ ਜੀ। ਕੰਮਾਂ ਦੀ ਗੱਲ ਕਰੀਏ ਤਾਂ ਅਜਿਹੇ 3 ਕੰਮ ਤੁਸੀਂ ਗਿਣਾ ਸਕਦੇ ਹੋ ਜਿਹੜੇ ਕੌਂਸਲ ਨੇ ਇਸ ਟਰਨਓਵਰ ਦੇ ਵਿੱਚ ਸਭ ਤੋਂ ਵੱਡੇ 3 ਕੰਮ ਕੀਤੇ ਹੋਣ? ਸਰ, ਨਿਆ ਨੰਗਲ 'ਚ ਐਡਾ ਵੱਡਾ ਕਮਿਊਨਿਟੀ ਸੈਂਟਰ ਬਣਿਆ, ਪਬਲਿਕ ਵਾਸਤੇ ਬਹੁਤ ਵੱਡੀ ਦੇਣ ਹੈ ਜੀ। ਆ ਪਰਸ਼ੂਰਾਮ ਭਵਨ ਬਣਿਆ ਤੁਹਾਡੇ ਨਵੇਂ ਪਿੰਡਾਂ ਵਿੱਚ, ਕਮਿਊਨਿਟੀ ਸੈਂਟਰ ਬਰਾਰੀ ਬਣਿਆ ਕਰਦਾ। ਕਿ ਇਹ ਛੋਟੇ ਕੰਮ ਹੈ ਜੀ? ਗਲੀ ਨਾਲੀ ਪੇਵਰ ਤਾਂ ਚਲੋ ਕੋਈ ਮੁੱਦਾ ਹੈ, ਚਲੋ ਹੁੰਦਾ ਹੈ, ਪਰ ਜਿਹੜੇ ਵੱਡੇ ਕੰਮ ਹੈ ਇਹ ਕਿ ਪਬਲਿਕ ਦੇ ਨਹੀਂ ਹੈਗੇ ਜੀ। ਬੜੇ ਸਸਤੇ ਰੇਟਾਂ ਤੇ ਗਰੀਬ ਲੋਕ ਆ ਸਾਡੇ ਨਿਆ ਨੰਗਲ ਇੱਥੇ ਵਿਆਹ ਕਰਦੇ ਆ ਕੇ ਜੀ। ਇੱਕ ਬਹੁਤ, ਤੁਸੀਂ ਜਾ ਕੇ ਦੇਖਿਓ, ਤੁਸੀਂ ਉਹਦਾ ਰਾਊਂਡ ਲਾ ਕੇ ਦੇਖਿਓ, ਕਿੰਨਾ ਵਧੀਆ ਉਹ ਇੱਕ ਕਮਿਊਨਿਟੀ ਸੈਂਟਰ ਬਣਿਆ ਜੀ। ਜਾ ਕੇ ਦੇਖਿਓ ਤੁਸੀਂ ਜੀ। ਇਹਦਾ ਕਮਿਊਨਿਟੀ ਸੈਂਟਰ ਹੋ ਗਿਆ ਜੀ ਸੈਕਿੰਡ।
ਸੈਕੰਡਰੀ ਨਿਆ ਨੰਗਲ 'ਚ ਬਹੁਤਾ ਇਲਾਕਾ ਤਾਂ NFL ਦਾ ਜੀ, ਤੇ NFL ਦੇ ਇਲਾਕੇ 'ਚ ਤੁਸੀਂ ਇਦਾਂ ਦਾ ਕੁਝ ਹੋ ਨਹੀਂ ਕਰ ਸਕਦੇ। ਸਫਾਈ ਹੈ ਨਿਆ ਨੰਗਲ ਦੀ ਬਿਲਕੁਲ ਪ੍ਰੋਪਰ ਹੈ, ਕੋਈ ਕਿਤੇ ਵੀ ਕੋਈ ਠੀਕ ਹੈ ਕਿੰਤੂ ਪਰੰਤੂ ਹੁੰਦਾ ਹੈ। ਅਸੀਂ ਕਹੀਏ 100% ਅਸੀਂ ਜੀ ਕਲੀਨ ਹੈ ਤਾਂ ਨਹੀਂ ਹੁੰਦਾ, ਸਾਡੇ 'ਚ ਵੀ ਕਮੀਆਂ ਹੁੰਦੀਆਂ ਕਿਤੇ। ਸਫਾਈ ਵਾਸਤੇ ਕਿਆ ਕੌਂਸਲ ਵੱਲੋਂ ਤੁਹਾਨੂੰ ਪ੍ਰੋਪਰ ਸਟਾਫ ਮਿਲਦਾ ਸੀਗਾ, ਮੁਲਾਜ਼ਮ ਮਿਲਦੇ ਸੀ ਸਫਾਈ ਵਾਸਤੇ? ਜੀ ਬਿਲਕੁਲ ਮਿਲਦੇ ਆ ਜੀ। ਪਰ ਕਈ MCO ਤਾਂ ਕਹਿ ਰਿਹਾ ਉਹਨਾਂ ਨੇ ਆਪਣੇ ਮੁਲਾਜ਼ਮ ਰੱਖੇ ਹੋਏ ਸੀ। ਨਹੀਂ ਸਰ, ਮੈਨੂੰ ਨੰਗਲ ਦਾ ਨਹੀਂ ਪਤਾ। ਨਿਆ ਨੰਗਲ ਸੈਕਟਰ 2 ਵੀ ਸਾਡੇ ਜਾਂਦੇ ਜੀ ਵਰਕਰ, ਸਾਡੇ ਜਿਹੜੇ ਅਪਲਾਈ ਹੈ। ਸ਼ਿਵਾਲਿਕ 'ਚ ਵੀ ਜਾਂਦੇ ਆ, ਮੋਜੋ ਵਾਲੇ ਵੀ ਜਾਂਦੇ ਆ ਜੀ, ਮੇਰੇ ਵਾਰਡ 'ਚ ਵੀ ਆਉਂਦੇ ਆ ਜੀ। 5 ਵਾਰਡ ਆ ਸਾਡੇ ਨਿਆ ਨੰਗਲ ਦੇ, ਮੈਨੂੰ ਉਹਨਾਂ ਦੇ 5 ਬਾਰੇ ਪਤਾ ਹੈ ਜੀ। ਸੈਕਿੰਡ ਜੇ ਅਸੀਂ ਗੱਲ ਕਰੀਏ ਤਾਂ ਕਿਹੜਾ ਅਜਿਹਾ ਵਿਕਾਸ ਹੈ ਜਿਹੜਾ ਨਗਰ ਕੌਂਸਲ 'ਚ ਹੋਇਆ ਹੈ? ਸਰ ਵਿਕਾਸ ਤੇ ਤਾਂ ਦੇਖੋ, ਜੈਸੀ ਕਿ ਇਹ ਸੱਤਾ ਪਕਸ਼ ਹੈ, ਅਸੀਂ ਵਿਕਾਸ ਹੀ ਕਹਿਣਾ, ਪਰ ਜਿਹੜਾ ਲੋਕਾਂ ਨੂੰ ਦਿਖੇ ਵਿਕਾਸ ਉਹ ਹੁੰਦਾ। ਗੱਲ ਕਰ ਲਓ ਤੁਸੀਂ ਹਸਪੀਟਲ ਦੀ, ਮੇਰੇ ਖਿਆਲ 'ਚ 2006 ਚ ਸ਼ੁਰੂ ਹੋਇਆ। ਬੀਜੇਪੀ ਨੇ ਬਣਾਇਆ ਜੀ ਹਸਪੀਟਲ ਤੇ। ਸਰ ਬਣਾने ਨੂੰ क्या करना, बिल्डिंग खड़ी करने ਨੂੰ क्या करना। ਮੰਨ ਲਿਆ ਬੀਜੇਪੀ ਨੇ ਨਹੀਂ ਬਣਾਇਆ, ਕੌਂਸਲ ਨੇ ਬਣਾਇਆ ਸੀਗਾ ਜੀ। ਬੀਜੇਪੀ ਸਰਕਾਰ ਨੇ ਨਹੀਂ ਬਣਾਇਆ, ਕੌਂਸਲ ਨੇ ਬਣਾਇਆ ਸੀ। ਜੇ ਕੌਂਸਲ ਨੇ ਬਣਾ ਕੇ ਖੜਾ ਕਰਤਾ ਉਹ, ਤਾਂ ਉਹਦੇ 'ਚ ਨਾ ਕੋਈ ਡਾਕਟਰ, ਨਾ ਕੋਈ ਸਹੂਲਤ, ਨਾ ਕੁਝ ਵੀ। ਉਸ ਹਸਪੀਟਲ ਨੂੰ ਤੁਸੀਂ ਹਸਪੀਟਲ ਕਹੋਗੇ ਜੀ? ਤੇ ਤਾਂ ਕਾਂਗਰਸ ਵੀ ਨਹੀਂ ਕਹਿ ਸਕਦੀ, ਉਹ ਤਾਂ ਕੌਂਸਲ ਨੇ ਹੀ ਬਣਾਇਆ ਜੀ। ਸਰ ਠੀਕ ਹੈ ਬਿਲਡਿੰਗ ਬਣ ਗਈ, ਪਰ ਫਿਰ ਰਾਣਾ ਜੀ ਨੇ ਇਹਨੂੰ ਹੈਲਥ ਕਾਰਪੋਰੇਸ਼ਨ ਨੂੰ ਦਿੱਤਾ। ਕੌਂਸਲ ਨੇ ਥੋੜੀ ਹਸਪੀਟਲ ਚਲਾਉਣਾ ਸੀ ਜੀ। ਜਦੋਂ ਹੈਲਥ ਕਾਰਪੋਰੇਸ਼ਨ ਨੂੰ ਗਿਆ ਜੀ, ਉਦਘਾਟਨ ਤਾਂ ਕਰ ਦਿੱਤਾ ਗਿਆ ਸੀਗਾ। ਸਰ ਮੰਨਦੀ ਮੈਂ ਉਦਘਾਟਨ ਕੀਤਾ ਸੀ, ਉਦਘਾਟਨ ਬੀਜੇਪੀ ਨੇ ਕੀਤਾ ਸੀ, ਕਾਂਗਰਸ ਨੇ ਥੋੜੀ ਕੀਤਾ। ਜਦੋਂ ਉਦਘਾਟਨ ਕਰ ਦਿੱਤਾ ਏ, ਸਟਾਫ ਆ ਗਿਆ, ਹਸਪੀਟਲ ਚੱਲ ਪਿਆ ਜੀ, ਫਿਰ ਤੁਸੀਂ ਕਿਵੇਂ ਕ੍ਰੈਡਿਟ ਲੈ ਰਹੇ ਹੋ? ਸਰ 3 ਕਰੋੜ ਰੁਪਇਆ ਰਾਣਾ ਜੀ ਨੇ ਇੱਕ ਵੀ, ਸਾਡੇ ਸਪੀਕਰ ਸਾਹਿਬ ਨੇ ਇੱਕ ਵੀ ਪੈਸਾ ਕੌਂਸਲ ਤੋਂ ਨਹੀਂ ਲਗਵਾਇਆ। ਜੋ ਇਹਨਾਂ ਨੇ ਲਵਾਤਾ ਉਹ ਠੀਕ ਹੈ, ਜੋ ਇਹਨਾਂ ਨੇ ਪੈਸਾ ਲਗਵਾਤਾ ਉਹ ਠੀਕ ਹੈ। ਉਸ ਤੋਂ ਬਾਅਦ ਰਾਣਾ ਜੀ ਆਏ ਸਪੀਕਰ ਸਾਹਿਬ, ਉਹਨਾਂ ਨੇ ਬਿਲਕੁਲ ਦਿਲ ਤੋਂ ਇਹ ਦਿਲਚਸਪੀ ਲਈ ਵੀ ਵਾਕਿਆ ਹੀ ਨੰਗਲ ਦਾ ਹਾਲ ਖਰਾਬ ਹੈ, ਤੇ ਉਹਨਾਂ ਨੇ ਦੇਖੋ ਇਹ ਚਲਾਈ ਵੀ ਹੈਗੀ। ਇੱਥੇ ਡਾਕਟਰ ਵੀ ਲਿਆਂਦੇ, ਇੱਥੇ ਮਸ਼ੀਨਰੀ ਵੀ ਆਈ, ਐਕਸਰੇ ਮਸ਼ੀਨ, ਟੈਸਟਿੰਗ ਮਸ਼ੀਨ, ਸਾਰੀਆਂ ਮਸ਼ੀਨਾਂ ਅੱਜ ਤੁਸੀਂ ਦੇਖ ਹੀ ਸਕਦੇ। ਪਹਿਲੇ ਲੋਕੀ BBMB ਹਸਪੀਟਲ 'ਚ ਧੱਕੇ ਖਾਂਦੇ ਸੀਗੇ ਜੀ, ਅੱਜ ਤੁਸੀਂ ਦੇਖ ਲਓ OPD ਹੈ, ਹਰ ਚੀਜ਼ ਆ ਉੱਥੇ, ਦਵਾਈਆਂ ਮਿਲ ਰਹੀਆਂ, ਗਰੀਬ ਬੰਦਾ ਡਿਲੀਵਰੀ ਹੋ ਰਹੀ, ਗਰੀਬ। ਹੁਣੇ ਇੱਕ ਆਪਣੇ ਡਾਕਟਰ ਸਾਹਿਬ ਹੁਣੇ ਨਿਯੁਕਤੀ ਹੋਈ, ਬੜੇ ਵਧੀਆ ਡਾਕਟਰ ਸਾਡੇ ਏਰੀਆ ਵਾਸਤੇ, ਡਾਕਟਰ ਬਨੀਤ ਸ਼ਰਮਾ ਜੀ। ਬਿਲਕੁਲ, ਜੇ ਅਸੀਂ ਗੱਲ ਕਰੀਏ ਤਾਂ ਇੱਕ ਐਲੀਗੇਸ਼ਨ ਹੈ ਕਿ ਜਦੋਂ ਹੁਣ ਕਰੋਨਾ ਦਾ ਟਾਈਮ ਚੱਲਿਆ ਹੋਇਆ ਹੈ, ਕਰੋਨਾ ਦੇ ਵਿੱਚ ਜਿਹੜੇ ਤੁਸੀਂ ਉਹ ਕਾਂਗਰਸ ਤੋਂ ਬਿਲੋਂਗ ਕਰਦੇ ਹੋ MC ਨੇ, ਸੱਤਾਧਾਰੀ ਪਾਰਟੀ ਦੇ, ਉਹਨਾਂ ਨੇ ਆਪਣੇ ਚਹੇਤਿਆਂ ਨੂੰ, ਉਹਨਾਂ ਨੂੰ ਵੀ ਫਾਇਦਾ ਪਹੁੰਚਾਇਆ, ਉਹਨਾਂ ਨੂੰ ਵੀ ਰਾਸ਼ਨ ਪਹੁੰਚਾਇਆ, ਉਹਨਾਂ ਨੂੰ ਜੋ ਸਰਕਾਰ ਵੱਲੋਂ ਸਮੱਗਰੀ ਆਂਦੀ ਸੀ ਉਹੀ ਦਿੱਤੀ ਗਈ ਹੈ। ਅਜਿਹਾ ਐਲੀਗੇਸ਼ਨ ਤੁਹਾਡੇ ਤੇ ਕਿਉਂ ਲੱਗ ਰਹੇ ਨੇ? ਗਲਤ ਗੱਲ ਹੈ ਜੀ। ਤੁਸੀਂ ਐਲੀਗੇਸ਼ਨ ਨਾ ਦੇਖੋ, ਤੁਸੀਂ ਇਹ ਦੇਖੋ ਵੀ ਕਿਸ ਬੰਦੇ ਨੂੰ ਸਹੂਲਤ ਨਹੀਂ ਮਿਲੀ। ਜੇ ਕਿਸੇ ਕਾਂਗਰਸੀ ਨੇ ਦਿੱਤੀ ਤਾਂ ਇਹਦਾ ਮਤਲਬ ਇਹ ਥੋੜੀ ਹੈ ਜਿਹੜੀ ਅਸੀਂ ਕਿਸੇ ਨੂੰ ਸਹਾਇਤਾ ਦੇਣੀ ਉਹਦੇ 'ਚ ਕਾਂਗਰਸ BJP ਨਹੀਂ ਦੇਖਿਆ ਜਾਂਦਾ। ਹਰ ਬੰਦੇ ਨੂੰ, ਚਾਹੇ ਨਿਆ ਨੰਗਲ ਹੈ ਚਾਹੇ ਨੰਗਲ ਹੈ, ਹਰ ਬੰਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਅਸੀਂ ਇਹ ਨਹੀਂ ਦੇਖਿਆ ਕੋਈ ਬੰਦਾ ਕਾਂਗਰਸੀ ਹੈ, ਕੋਈ ਬੰਦਾ ਪਬਲਿਕ ਤਾਂ ਪਬਲਿਕ ਹੀ ਆ, ਸਾਰੀ ਸਾਡੀ ਹੈ। ਇਹਦੇ ਵਿੱਚ ਕੋਈ ਠੀਕ ਹੈ, ਜੇ ਹੁਣ ਬਾੜਬਾਜੀ ਕਹਿ ਦਈਏ ਵੀ ਓਪੋਜੀਸ਼ਨ ਦਾ ਵਾਰਡ ਹੈ ਤਾਂ ਉੱਥੇ ਅਸੀਂ ਹੈਲਪ ਨਹੀਂ ਕਰਨੀ, ਕੀਤੀ ਜੀ, ਸਾਰੇ ਕੀਤੀ ਜੀ। ਕਿਹੜੇ ਦੱਸ ਦੇਵੇ, ਠੀਕ ਹੈ ਐਲੀਗੇਸ਼ਨ ਲਾਣੇ ਉਹ ਲਾਣ, ਉਹ ਪਰ ਹਰ ਬੰਦੇ ਦੀ ਹੈਲਪ ਹੋਈ ਜੀ, ਹਰ ਬੰਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਲੈਕਸ਼ਨ ਆਉਣ ਵਾਲਾ ਹੈ, ਇਲੈਕਸ਼ਨ ਦੇ ਚੱਲਦੇ ਕਾਂਗਰਸ ਦੇ ਵਿੱਚ ਫੁੱਟ ਨਜ਼ਰ ਆ ਰਹੀ ਹੈ ਜੀ, ਮੰਨਦੇ ਹੋ ਤੁਸੀਂ ਇਸ ਗੱਲ ਨੂੰ ਜੀ? ਨਹੀਂ, ਮੈਂ ਨਹੀਂ ਮੰਨਦੀ ਜੀ, ਕਿਉਂਕਿ ਇੱਕੋ ਵਾਰਡ ਦੇ ਵਿੱਚ 3 ਜਿਹੜੇ ਕੈਂਡੀਡੇਟ ਹੈ ਕਾਂਗਰਸ ਦੇ, ਖਾਣੇ ਨੂੰ ਫਿਰਦੇ ਆ, ਇਲੈਕਸ਼ਨ ਲੜਨ ਨੂੰ ਫਿਰਦੇ ਆ, ਤਾਂ ਕਿਤੇ ਨਾ ਕਿਤੇ ਫੁੱਟ ਨਹੀਂ ਆਏਗੀ ਜੀ ਨਜ਼ਰ? ਨਹੀਂ, ਡੈਮੋਕ੍ਰੇਸੀ ਹੈ, ਇਹਦੇ 'ਚ ਸਾਰੇ ਕਹਿ ਸਕਦੇ ਵੀ ਮੈਂ ਵੀ ਲੜਨਾ। ਲਾਸਟ ਫੈਸਲਾ ਤਾਂ ਸਾਡੇ ਸਪੀਕਰ ਸਾਹਿਬ ਦਾ ਹੈ। ਸਪੀਕਰ ਸਾਹਿਬ ਜਿਹਨੂੰ ਕਹੋਗੇ ਉਹ ਇਲੈਕਸ਼ਨ ਲੜੇਗਾ, ਔਰ ਸਾਡੇ ਜਿਹੜੇ ਵਰਕਰ ਹੈਗੇ ਉਹਨਾਂ ਦੀ ਬਹੁਤ ਇੱਜ਼ਤ ਕਰਦੇ, ਉਹਨਾਂ ਦਾ ਕਹਿਣਾ ਮੰਨੂਗੇ ਜੀ। ਤੁਸੀਂ ਕਿਵੇਂ ਇਲੈਕਸ਼ਨ ਲੜੋਗੇ? ਫਸਟ ਟਾਈਮ ਆਜ਼ਾਦ ਲੜੇ ਸੀ, ਜੇ ਇਸ ਵਾਰ ਟਿਕਟ ਮਿਲੇਗੀ ਤਾਂ ਲੜੋਗੇ, ਜਾਂ ਇਲੈਕਸ਼ਨ ਲੜਨਾ ਹੀ ਹੈ? ਨਹੀਂ, ਜੇ ਟਿਕਟ ਲੜੋਗੇ ਜੀ, ਪਾਰਟੀ ਟਿਕਟ ਲੜੂੰਗੇ ਜੀ। ਜੀ ਪਾਰਟੀ ਟਿਕਟ ਤੇ ਲੜੋਗੇ? ਬਿਲਕੁਲ ਪਾਰਟੀ ਟਿਕਟ ਤੇ ਲੜੂੰਗੇ ਜੀ। ਬਿਲਕੁਲ। ਚੱਲਦੇ ਇੱਕ ਲਾਸਟ ਕੁਐਸਚਨ, ਇਸ ਵਾਰ ਨਗਰ ਕੌਂਸਲ ਨੰਗਲ ਦੇ ਵਿੱਚ ਸਭ ਤੋਂ ਜ਼ਿਆਦਾ ਹੌਟ ਸੀਟ ਕਿਹੜੀ ਰਹਿਣ ਵਾਲੀ ਹੈ? ਵੈਸੇ ਸਾਰੀਆਂ ਹੀ ਹੌਟ ਹੁੰਦੀਆਂ ਜੀ, ਸਾਰੀਆਂ ਹੀ ਹੌਟ ਹੁੰਦੀਆਂ ਜੀ। ਇਲੈਕਸ਼ਨ ਕਦੀ ਸੌਖਾ ਨਹੀਂ ਹੁੰਦਾ ਜੀ, ਚਾਹੇ ਮੇਰਾ ਹੋਵੇ, ਚਾਹੇ ਸ਼ਿਵਾਲਿਕ ਹੋਵੇ, ਚਾਹੇ ਜੋ ਮਰਜ਼ੀ ਹੋਵੇ, ਸਾਰੀਆਂ ਹੌਟ ਹੈ ਜੀ, ਕਿਸੇ ਦੀ ਬਾਰੇ ਦੀ ਗੱਲ ਨਹੀਂ ਕਰ ਸਕਦੇ। ਜੇ ਤੁਹਾਨੂੰ ਸੀਟ ਟਿਕਟ ਮਿਲਦੀ ਹੈ ਇਸ ਵਾਰ, ਤੁਸੀਂ ਜਿੱਤਦੇ ਹੋ, ਤਾਂ ਅਜਿਹਾ ਕਿਹੜਾ ਕੰਮ ਹੈ ਜਿਹੜਾ ਤੁਸੀਂ ਪ੍ਰਾਇੋਰਟੀ ਦੇ ਬੇਸ ਤੇ ਆਪਣੇ ਵਾਰਡ ਦੇ ਵਿੱਚ ਕਰਾਓਗੇ? ਮੇਰਾ ਵਾਰਡ 'ਚ ਤਾਂ ਚਲੋ ਸਫਾਈ ਹੈ, ਮੈਂ ਨਿਆ ਨੰਗਲ ਦੀ ਗੱਲ ਕਰੂੰਗੀ ਜੀ। ਨਿਆ ਨੰਗਲ 'ਚ ਸਾਡੇ ਕਾਲਜ ਚੱਲਦਾ, ਫਾਰਮੇਸੀ ਕਾਲਜ ਆ, ਸਾਡੇ ਸਪੀਕਰ ਸਾਹਿਬ ਦਾ ਬੜਾ ਹੱਥ ਰਿਹਾ ਉਸ ਕਾਲਜ ਤੇ ਉੱਥੇ ਦੇਖੋ ਜਿੱਥੇ ਅਸੀਂ ਕੰਮ ਕਰਦੇ, ਜੇ 100 ਕੰਮ ਸਾਤੋਂ ਕਦੀ ਪੂਰਾ ਨਹੀਂ ਹੁੰਦਾ, ਤੇ ਇੱਕ ਫਾਰਮੇਸੀ ਕਾਲਜ ਦੀ ਬਿਲਡਿੰਗ ਬਣਨੀ, ਤਾਂ ਅਸੀਂ ਸਪੀਕਰ ਸਾਹਮਣੇ ਮੰਗ ਰੱਖੂਗੇ, ਉਹਨਾਂ ਨੂੰ ਕਹੂੰਗੇ
ਵੀ ਜੇ ਜਿੰਨੀ ਵੀ ਜਲਦੀ ਹੋ ਸਕੇ ਫਾਰਮੇਸੀ ਕਾਲਜ ਦੀ ਬਿਲਡਿੰਗ ਬਣ ਜਾਵੇ ਤਾਂ ਸਾਡੇ ਇਲਾਕੇ ਨੂੰ ਹੋਰ ਬਹੁਤ ਫਾਇਦਾ ਹੋਣਾ ਜੀ। ਤੇ ਇੱਕ ਸਾਡੇ ਉੱਥੇ ਦੀ ਮੰਗ ਹੈ ਜੀ ਵੀ ਇੱਕ ਸਕੂਲ ਹੈ ਜੀ ਸਾਡਾ ਕਮੇਟੀ ਦਾ, ਅਸੀਂ +2 ਤੱਕ ਜੋ ਸਕੂਲ ਨੂੰ ਕਰਵਾ ਲਈ, ਇਹ ਵੀ ਮੰਗ ਅਸੀਂ ਉਹਨਾਂ ਦੇ ਸਾਹਮਣੇ ਰੱਖਣੀ ਹੈ। ਤੇ ਇਹ ਮੇਰਾ ਬਹੁਤ ਵੱਡਾ ਇੱਕ ਫਾਰਮੇਸੀ ਜਿਹੜੀ ਹੈਗੀ ਉਹਦਾ ਬੜਾ ਹੀ ਵੱਡਾ ਡ੍ਰੀਮ ਹੈ ਮੇਰਾ, ਇਹ ਵੀ ਫਾਰਮੇਸੀ ਦੀ ਬਿਲਡਿੰਗ ਬਣ ਜਾਵੇ ਨਾ ਤਾਂ ਸਾਡੇ ਇਲਾਕੇ ਵਾਸਤੇ ਬਹੁਤ ਵੱਡਾ ਫਾਇਦਾ ਹੋਣਾ ਜੀ, ਸਾਡੀਆਂ ਧੀਆਂ ਭੈਣਾਂ ਵਾਸਤੇ, ਸਾਡੇ ਬੱਚਿਆਂ ਵਾਸਤੇ ਬਹੁਤ ਵੱਡਾ ਫਾਇਦਾ ਹੋਣਾ ਜੀ। ਇਹ ਸੀਗੇ ਵਾਰਡ ਨੰਬਰ 16 ਤੋਂ MC ਮੈਡਮ ਅਨੀਤਾ ਸ਼ਰਮਾ ਜੀ। ਜਿਵੇਂ ਕਿ ਅਸੀਂ ਇਹਨਾਂ ਨੂੰ ਪੁੱਛਿਆ ਕਿ ਆਪਣੀ ਟਰਨਓਵਰ ਦੇ ਵਿੱਚ ਇਹਨਾਂ ਨੇ ਅਜਿਹਾ ਕੀ ਕੀਤਾ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਲੋਕ ਇਹਨਾਂ ਨੂੰ ਚਾਹਣਗੇ, ਤੇ ਜੋ ਪਬਲਿਕ ਦੇ ਸਵਾਲ ਨੇ ਕਿ ਇਹਨਾਂ ਨੇ ਕੀ ਕੰਮ ਕੀਤੇ, ਕਿਵੇਂ ਇਹਨਾਂ ਨੇ ਆਵਾਜ਼ ਉਠਾਈ, ਕਿਹਨਾਂ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਕੌਂਸਲ ਦੇ ਹਾਊਸ ਦੇ ਵਿੱਚ ਗਏ ਨੇ ਤੇ ਲੋਕਾਂ ਦੇ ਪਬਲਿਕ ਦੇ ਮੁੱਦੇ ਜੋ ਹੱਲ ਕਰਵਾਏ ਨੇ। ਇਸੇ ਤਰ੍ਹਾਂ ਅਗਲਾ MC ਲੈ ਕੇ ਤੁਹਾਡੇ ਰੂਬਰੂ ਫੇਰ ਆਵਾਂਗੇ। ਤਦ ਤੱਕ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।